ਕੀ ਇਹੋ ਜਿਹਾ ਕਰਤਾ ਭਾਜਪਾ ਨੇ? ਆਪਰੇਸ਼ਨ ਲੋਟਸ ਦੀ ਗੱਲ ਪਹਿਲਾਂ ਹੁੰਦੀ ਰਹੀ ਹੈ, ਫਿਰ ਇਹ ਤੂੰਤਬਾਜੀ कि कांग्रेस वाले भाजपा नाल मिले है, कदे आप वाले भाजपा नाल मिले है। इस तरह की भाजपा लगता है कि काफ़ी पंजाब रंग च रंगिया नज़र आ रहा। वैसे तो कहते कि भाजपा हाशिए ते है। एक पंजाबी की कहावत है कि भगतों खुंजी डूमनी ते गावे आल पताल। हुण गल ये है कि जिहड़े तुसीं सैशन ते गल कर रहे हो जां साडी पार्टी बारे गल कर रहे हो, जिहड़ी चीज़ दा सानूं डर सी ਉਹੀ ਚੀਜ਼ ਅੱਜ ਸਾਹਮਣੇ ਆ ਗਈ ਹੈ ਕਿ ਇਹਨਾਂ ਨੂੰ ਇਹ ਮਤਾ ਬੁਲਾਉਣ ਦੀ ਲੋੜ ਵੀ ਕੀ ਸੀ ਕਿ ਜਦੋਂ ਇਹਨਾਂ ਕੋਲੇ 92 ਐਮਐਲਏ ਆ, ਬਹੁਮਤ ਹੈ, ਕਿਸੇ ਵਿਰੋਧੀ ਧਿਰ ਨੇ ਜਿਹੜਾ ਹੈਗਾ ਬੇਭਰੋਸਗੀ ਮਤੇ ਦੀ ਗੱਲ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ। ਅੱਜ ਜਿਸ ਤਰ੍ਹਾਂ ਦਾ ਸਦਨ ਦੇ ਵਿੱਚ ਇਹਨਾਂ ਨੇ ਸ਼ਬਦਾਂ ਦਾ ਵੀ ਵਰਤਾਓ ਕੀਤਾ, ਜਿਸ ਤਰ੍ਹਾਂ ਤੂੰ ਮੈਂ ਕਰਕੇ ਬੋਲਿਆ ਗਿਆ ਔਰ ਜਿਸ ਤਰ੍ਹਾਂ ਦੀ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ, ਤੇ ਇਸ ਕਰਕੇ ਮੈਂ ਸਮਝੂਗਾ ਕਿ ਇਹਨਾਂ ਨੇ ਮਰਜ਼ਾਦਾਵਾਂ ਦੀ ਉਲੰਘਣਾ ਵੀ ਕੀਤੀ। तूफान मचिया, जिस तरह के विरोध होए है, बाईकाट होया, सैशन समय तो पहला उठाना पाया। की लगता है कि कोई सैशन की संजीदगी सी? आम आदमी पार्टी है जिहड़ी वो गैर समाजिक, गैर जिम्मेवार ते गैर संविधानक लोगों की पार्टी है। एक बहुत वड्डी 420 बहुत वड्डा धोखा भगवंत मान ते उन्हां दे साथियों ने किया। ये दोबारा फिर विश्वास मत लैके आए, जिहदा कि पहला गवर्नर साहब होरां ने वरजिया भी सी और उन्होंने दस्सिया भी सी कि गैर कानूनी है। और ये मैं जिवें पहला कहा कि ये अपने आप को कानून तो उपर समझते हैं, किसी तरह के कानून को समझते नहीं। ਇਹਦਾ बीजेपी की पोजीशन बहुत माड़ी है दोनों स्टेटों के विच। और बीजेपी ਦੀਆਂ ਵਿਰੋਧੀ ਵੋਟਾਂ ਨੂੰ ਵੰਡਣ ਵਾਸਤੇ ਇਹਨਾਂ ਨੇ ਕੇਜਰੀਵਾਲ ਸਾਹਿਬ ਨੇ ਪਹਿਲਾਂ ਇਹ ਡਰਾਮੇਬਾਜ਼ੀ ਦਿੱਲੀ ਦੇ ਵਿੱਚ ਕੀਤੀ ਔਰ ਦਿੱਲੀ ਦੇ ਵਿੱਚ ਜਿਹੜਾ ਸੈਸ਼ਨ ਬੁਲਾਇਆ ਸੀ ਵੀ ਸਾਡੇ ਤੇ ਆਪਰੇਸ਼ਨ ਲੋਟਸ ਹੋ ਗਿਆ, ਉੱਥੇ ਵੀ ਇਹਨਾਂ ਨੇ ਕੋਈ ਇਹ ਨਹੀਂ ਕੀਤਾ ਕਿ ਸਾਡੇ ਮਨੀਸ਼ ਸਿਸੋਦੀਆ ਨੂੰ ਕਿਹੜੇ ਬੰਦੇ ਨੇ ਸੰਪਰਕ ਕੀਤਾ ਸੀ। ਇਹ ਜੀ ਜਿਹੜੀ ਗੱਲ ਮੈਂ ਕਹੀ ਹੈ ਕਿ ਇਹ ਗੈਰ ਜ਼ਿੰਮੇਵਾਰ ਤੇ ਨਟੰਕੀਬਾਜ਼ ਲੋਕ ਹੈ। ਇਹ ਕੀ ਹੈ, ਇਹਨਾਂ ਦੇ ਹੱਥ ਹਮੇਸ਼ਾ ਚਿੱਕੜ ਦੇ ਨਾਲ ਲਿਬੜੇ ਰਹਿੰਦੇ ਆ। ਇਹ ਪਹਿਲਾਂ ਸਾਡੇ ਤੇ ਇਸ ਗੱਲ ਦਾ ਇਲਜ਼ਾਮ ਲਾਉਂਦੇ ਰਹੇ ਕਿ ਕਾਂਗਰਸ ਦੇ ਅਕਾਲੀ ਦਲ ਮਿਲੇ ਹੋਏ ਆ। ਹੁਣ ਇਹਨਾਂ ਨੇ ਇਹ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਿ ਕਾਂਗਰਸ ਦੇ ਬੀਜੇਪੀ ਮਿਲੇ ਹੋਏ ਆ। ਸੋ ਮੇਰਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਦੇ ਐਮਐਲਏਆਂ ਦੀ ਕੋਈ ਲੋੜ ਨਹੀਂ ਹੈ। ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਹੈ, ਇਹ ਆਪਦੀ ਸਰਕਾਰ ਚਲਾਉਣ। ਲੇਕਿਨ ਅਸੀਂ ਇੱਕ ਜ਼ਰੂਰ ਗੱਲ ਕਹਿਣੇ ਆ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ। ਲੋਕਾਂ ਦੇ ਮੁੱਦਿਆਂ ਦੇ ਉਠਾਉਣ ਵਾਸਤੇ ਹੀ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਸੜਕਾਂ ਦੇ ਉੱਪਰ ਵਿਰੋਧ ਵੀ ਕੀਤਾ, ਕਰਾਂਗੇ ਵੀ। ਧੰਨਵਾਦ ਕਰਨਾ ਚਾਹੀਦਾ ਸੀ ਪ੍ਰਧਾਨ ਮੰਤਰੀ ਦਾ, ਲੇਕਿਨ ਇਹਨਾਂ ਨੇ ਤਾਂ ਉੱਥੇ ਅੱਜ ਇੱਕ ਜੰਗ ਦਾ ਅਖਾੜਾ ਬਣਾਤਾ। ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਕੀ ਵਜ੍ਹਾ ਰਹੀ ਹੈ, ਜਿੱਦਾਂ ਸੋਢੀ ਸਾਹਿਬ ਕਹਿੰਦੇ ਆ ਕਿ ਲੋਕਤੰਤਰ ਦੀ ਹੱਤਿਆ। ਸਵਾਲ ਇਹ ਹੈਗਾ ਜੀ ਕਿ ਇਹ ਇੱਕ ਨੰਬਰ ਦੀ ਝੂਠੀ ਪਾਰਟੀ ਹੈ। ਇਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ। ਇਹ ਲੋਕਾਂ ਦੇ ਵਿੱਚ ਦਿਖਾਵਾ ਕਰਦੇ ਫਿਰਦੇ ਆ, ਡਰਾਮਾ ਕਰਦੇ ਫਿਰਦੇ ਹੈਗੇ ਆ। ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਗੱਲ ਹੈਗੀ ਆ, ਉਸ ਦੇ ਮਾਮਲੇ ਦੇ ਵਿੱਚ ਜਿਹੜੀਆਂ ਮਿੱਠੂ ਖੇੜਾ ਦਾ ਮਰਡਰ ਹੋਇਆ, ਉਸ ਦੇ ਬੰਦੇ ਕਿੱਥੇ ਹੈਗੇ, ਕਿਹਨੇ ਕੱਢੇ ਬਾਹਰ? ਤਾਂ ਆਪ ਵੱਲੋਂ ਕਿਹਾ ਜਾਂਦਾ ਕਿ ਕਾਂਗਰਸ ਜਿਹੜੀ ਹੈ ਵਿਰੋਧੀ ਧਿਰ ਦੀ ਭੂਮਿਕਾ ਇਸ ਕਰਕੇ ਨਹੀਂ ਨਿਭਾ ਸਕਦੀ ਕਿਉਂਕਿ ਕਾਂਗਰਸ ਬਹੁਤ ਕਮਜ਼ੋਰ ਹੋ ਗਈ ਹੈ। ਹੁਣ ਅਸਲ ਮੁੱਦਾ ਤਾਂ ਇਹ ਸੀ, ਜਿਹੜੇ ਮੁੱਦੇ ਪੰਜਾਬ ਨਾਲ ਸੰਬੰਧਿਤ ਸੀ ਉਹਨਾਂ ਦੀ ਇੱਕ ਲਿਸਟ ਸਾਡੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੱਲ ਸ਼ਾਮ ਨੂੰ ਹੀ ਮਾਨਯੋਗ ਸਪੀਕਰ ਸਾਹਿਬ ਨੂੰ ਭੇਜਤੀ ਸੀ। ਇੱਕ ਜਿਹੜੇ ਸਾਡੇ ਕਿਸਾਨ ਵੀਰਾਂ ਦਾ ਹੋਣਾ ਬੇਮੌਸਮੀ ਬਾਰਿਸ਼ ਹੋਈ ਹੈ, ਇਹਦੇ ਨਾਲ ਨੁਕਸਾਨ ਹੋਇਆ, ਇਹਦੀ ਸਪੈਸ਼ਲ ਗਰਦੌਰੀ ਕਰਾ ਕੇ ਉਹਨੂੰ ਮੁਆਵਜ਼ਾ ਦੇਣ ਦੀ ਗੱਲ ਸੀ, ਉਹ ਵੀ ਇੱਕ ਮੁੱਦਾ ਸੀ। ਜਿਹੜੀ ਰੇਤਾ ਬਜਰੀ ਹੈ ਉਹ ਮਿਲ ਨਹੀਂ ਰਹੀ ਤੇ ਮਜ਼ਦੂਰਾਂ ਦੀ ਦਿਹਾੜੀ ਨਹੀਂ ਲੱਗ ਰਹੀ। ਤੇ ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਪਹਿਲਾਂ ਇਕੱਲੇ ਕਿਸਾਨ ਆਤਮ ਹੱਤਿਆ ਕਰਦੇ ਹੁੰਦੇ ਸੀ, ਹੁਣ ਪੰਜਾਬ ਦੇ ਵਿੱਚ ਮਜ਼ਦੂਰ ਵੀ ਆਤਮ ਹੱਤਿਆ ਕਰਨ ਲੱਗ ਪਏ ਕਿਉਂਕਿ ਉਹਨਾਂ ਦੀ ਦਿਹਾੜੀ ਨਹੀਂ ਲੱਗਦੀ। ਜਿਵੇਂ ਇਹਨਾਂ ਨੇ ਕਿਹਾ ਸੀ ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਅਸੀਂ ਸਰਕਾਰੀ ਕੋਠੀ ਨਹੀਂ ਲਵਾਂਗੇ, ਅਸੀਂ ਅੱਧੀ ਤਨਖਾਹ ਲਵਾਂਗੇ। ਔਰ ਅੱਜ ਇਹ ਜਿਹੜੀ ਗੁੰਡਾਗਰਦੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ, ਲਾਅ ਐਂਡ ਆਰਡਰ ਦੀ ਪੋਜੀਸ਼ਨ 2 ਸਟੇਜਾਂ ਤੇ ਮਾੜੀ ਹੋਈ ਹੈ। ਗੁੰਡਾ ਅਨਸਰਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸਰਗਰਮ ਹੋ ਕੇ ਔਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ, ਇੱਕ ਤਾਂ ਉਹ ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ। ਦੂਸਰੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਉਹ ਖਰਾਬ ਹੋਈ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਕੇ ਗੁੰਡਾਗਰਦੀ ਕਰ ਰਹੇ ਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ।
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਦੀ ਬਹਿਸ ਦਾ ਆਪਣਾ ਮੁੱਖ ਮੁੱਦਾ ਹੈ। ਇਤਫਾਕ ਦੀ ਗੱਲ ਹੈ, ਕਈ ਵਾਰੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੰਨੀ ਚਰਚਾ ਹੋ ਜਾਂਦੀ ਹੈ। ਸੈਸ਼ਨ ਦੇ ਅੰਦਰ ਤਾਂ ਹੋਣੀ ਆ, ਬਾਹਰ ਮੀਡੀਆ 'ਚ ਪੋਲੀਟੀਕਲ ਪਾਰਟੀਆਂ 'ਚ ਉਹ ਤੋਂ ਵੀ ਕਿਧਰੇ ਵਧੇਰੇ ਖਿਲਾਰਾ ਪਿਆ ਨਜ਼ਰ ਆਉਂਦਾ ਹੈ। ਕੁਝ ਇਹੋ ਜਿਹਾ ਨਜ਼ਾਰਾ ਮੌਜੂਦਾ ਵਿਧਾਨ ਸਭਾ ਸੈਸ਼ਨ ਦਾ ਹੈ। ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਸੈਸ਼ਨ ਬੁਲਾਇਆ ਗਿਆ, ਪਹਿਲਾਂ ਗਵਰਨਰ ਵੱਲੋਂ ਉਹਦੇ 'ਤੇ ਕਿੰਤੂ ਪਰੰਤੂ ਕੀਤਾ ਗਿਆ। ਪਹਿਲਾਂ ਬੁਲਾਇਆ ਸੈਸ਼ਨ ਰੱਦ, ਫਿਰ ਨਵੇਂ ਸਿਰੇ ਤੋਂ ਬੁਲਾਇਆ ਗਿਆ। ਗਵਰਨਰ ਦੇ ਕਹਿਣ ਮੁਤਾਬਕ ਜਿਹੜੀਆਂ ਹੈਗੀਆਂ ਸ਼ਰਤਾਂ ਜਾਂ ਕੁਝ ਹੋਰ ਮੁੱਦੇ ਸ਼ਾਮਲ ਕੀਤੇ ਗਏ। ਪਰ ਆਖਰਕਾਰ ਜਦੋਂ ਸੈਸ਼ਨ ਦਾ ਰੰਗ ਉਗੜਨਾ ਸ਼ੁਰੂ ਹੋਇਆ, ਸਾਹਮਣੇ ਆਇਆ, ਤਾਂ ਭਰੋਸਗੀ ਦਾ ਮਤਾ ਹਾਕਮ ਧਿਰ ਵੱਲੋਂ ਮੁੜ ਲਿਆਂਦਾ ਗਿਆ। ਕੇਵਲ ਇੰਨੀ ਗੱਲ ਨਹੀਂ ਹੈ, ਸੈਸ਼ਨ ਦੇ ਦੌਰਾਨ ਜਿਹੜਾ ਹੈਗਾ ਜਿਹੜੀਆਂ ਰਾਜਸੀ ਧਿਰਾਂ ਉਹਨਾਂ ਵੱਲੋਂ ਇੱਕ ਦੂਜੇ 'ਤੇ ਤੁਹਮਤਬਾਜ਼ੀ ਦੀ ਜਦੋਂ ਗੱਲ ਕਰਦੇ ਹਾਂ, ਇੱਕ ਚੇਚੀ ਗੱਲ ਇਹ ਹੈ ਕਿ ਲਗਾਤਾਰ ਆਪ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਜਿਹੜੀ ਹੈ ਭਾਜਪਾ ਦੀ ਬੀ ਟੀਮ ਹੈ, ਅਤੇ ਕਾਂਗਰਸ ਦਾ ਕਹਿਣਾ ਹੀ ਇਹ ਹੈ ਕਿ ਆਪ ਜਿਹੜੇ ਕਿ ਭਾਜਪਾ ਦੀ ਬੀ ਟੀਮ ਹੈ। ਹੁਣ ਕੌਣ ਕਿਸ ਦੀ ਬੀ ਟੀਮ ਹੈ, ਕੁਝ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਭਾਜਪਾ ਦੇ ਸਦਨ ਦੇ ਅੰਦਰ ਤਾਂ 1 ਜਾਂ 2 ਵਿਧਾਇਕ ਗਿਣਤੀ ਜੋਗੇ ਹੈਗੇ ਹੈ, ਪਰ ਰੰਗ ਕਿਧਰੇ ਜ਼ਿਆਦਾ ਹੀ ਰਾਜਸੀ ਤੌਰ 'ਤੇ ਚੜ੍ਹਦਾ ਨਜ਼ਰ ਆ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਭਾਜਪਾ ਨੇ ਵੀ ਬਕਾਇਦਾ ਬਰਾਬਰ ਜਿਹੜਾ ਹੈਗਾ ਚੰਡੀਗੜ੍ਹ ਦੇ 'ਚ ਆਪਣਾ ਸੈਸ਼ਨ ਲਗਾਇਆ, ਸੈਸ਼ਨ ਦੇ ਬਰਾਬਰ। ਮੈਂ ਬਹਿਸ ਜਿਹੜਾ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਤੋਂ ਸਵਾਲ ਲੈਣ ਤੋਂ, ਦਰਸ਼ਕਾਂ ਨਾਲ ਸਵਾਲ ਸਾਂਝੇ ਕਰਨ ਤੋਂ ਪਹਿਲਾਂ ਇਹ ਧਿਆਨ 'ਚ ਜ਼ਰੂਰ ਲਿਆਉਣਾ ਚਾਹੁੰਦਾ ਹੈ ਕਿ ਅੱਜ ਦੀ ਜਿਹੜੀ ਬਹਿਸ ਹੈ, ਡਿਬੇਟ ਹੈ, ਇਹਦੇ 'ਚ ਆਪ ਦੇ ਬੁਲਾਰੇ ਸ਼ਾਮਲ ਨਹੀਂ ਹੋਏ। ਹਾਲਾਂਕਿ ਅਸੀਂ ਉਹਨਾਂ ਨੂੰ ਅੱਗੇ ਆਉਂਦੇ ਵੀ ਰਹਿੰਦੇ ਹੈ, ਅੱਜ ਵੀ ਬੇਨਤੀ ਕੀਤੀ ਹੈ। ਸ਼ਾਇਦ ਸੈਸ਼ਨ ਦੀ ਵਜ੍ਹਾ ਕਰਕੇ ਆਪ ਦੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ, ਉਹਨਾਂ ਨੇ ਸਾਰਾ ਪੰਜਾਬ ਦੇਖਣਾ ਹੈ, ਬਹਿਸਾਂ ਦੇਖਣੀਆਂ, ਕਈ ਵਾਰੀ ਹੋ ਸਕਦਾ ਕਿ ਕਿਸੇ ਪਾਸੇ ਉਹ ਧਿਆਨ ਨਹੀਂ ਦੇ ਸਕਦੇ। ਚਲੋ, ਪਾਰਟੀਆਂ ਨੇ ਫੈਸਲਾ ਕਰਨਾ, ਸਰਕਾਰਾਂ ਨੇ ਫੈਸਲਾ ਕਰਨਾ। ਜਿਹੜੇ ਮਹਿਮਾਨ ਜਿਹੜੇ ਹੈਗੇ ਸਾਡੇ ਪੈਨਲ ਤੇ ਚੈਨਲ 'ਤੇ ਆਏ, ਮੈਂ ਉਹਨਾਂ ਨਾਲ ਜਾਣ ਪਛਾਣ ਕਰਾਉਂਦਾ ਜੀ ਆਖਦਾ। ਭਾਰਤੀ ਜਨਤਾ ਪਾਰਟੀ ਵੱਲੋਂ ਦਿਆਲ ਸਿੰਘ ਸੋਢੀ ਨੇ, ਆਪਾਂ ਜੀ ਆਖਦੇ ਹਾਂ। ਕਾਂਗਰਸ ਪਾਰਟੀ ਦੇ ਜਸਵਿੰਦਰ ਸਿੱਖਾਂਵਾਲਾ ਜੀ ਨੇ, ਉਹਨਾਂ ਨੂੰ ਵੀ ਆਪਾਂ ਵੈਲਕਮ ਕਰਦੇ ਹਾਂ। ਸਾਡੇ ਨਾਲ ਤੀਜੇ ਮਹਿਮਾਨ ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ, ਜੀ ਆਇਆਂ ਨੂੰ। ਸੋਢੀ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਜੀ। ਸੈਸ਼ਨ ਜ਼ਰੂਰ ਜਿਹੜਾ ਹੈਗਾ ਕਾਇਦੇ ਜਾਂ ਨਿਯਮਾਂ ਤੱਕ ਬੁਲਾਇਆ ਗਿਆ ਹੋਵੇਗਾ, ਪਰ ਇੱਕ ਵੱਡਾ ਰਫੜ ਜਿਹੜਾ ਹੈਗਾ ਸੈਸ਼ਨ ਦੇ ਅੰਦਰ ਤੇ ਸੈਸ਼ਨ ਦੇ ਬਾਹਰ ਕੀ ਇਹੋ ਜਿਹਾ ਕਰਤਾ ਭਾਜਪਾ ਨੇ? ਆਪਰੇਸ਼ਨ ਲੋਟਸ ਦੀ ਗੱਲ ਪਹਿਲਾਂ ਹੁੰਦੀ ਰਹੀ ਹੈ, ਫਿਰ ਇਹ ਤੁਹਮਤਬਾਜ਼ੀ ਕਿ ਕਾਂਗਰਸ ਵਾਲੇ ਭਾਜਪਾ ਨਾਲ ਮਿਲੇ ਹੈ, ਕਦੇ ਆਪ ਵਾਲੇ ਭਾਜਪਾ ਨਾਲ ਮਿਲੇ ਹੈ। ਇਸ ਤਰ੍ਹਾਂ ਕੀ ਭਾਜਪਾ ਲੱਗਦਾ ਹੈ ਕਿ ਕਾਫੀ ਪੰਜਾਬ ਰੰਗ 'ਚ ਰੰਗਿਆ ਨਜ਼ਰ ਆ ਰਿਹਾ? ਵੈਸੇ ਤਾਂ ਕਹਿੰਦੇ ਕਿ ਭਾਜਪਾ ਹਾਸ਼ੀਏ 'ਤੇ ਹੈ, ਭਾਜਪਾ ਦੀ ਕੋਈ ਰਾਜਸੀ ਸਥਿਤੀ ਇਸ ਵੇਲੇ ਬਹੁਤੀ ਮਜ਼ਬੂਤ ਨਜ਼ਰ ਨਹੀਂ ਆਉਂਦੀ ਪੰਜਾਬ ਦੇ ਅੰਦਰ। ਜੀ ਸੋਢੀ ਸਾਹਿਬ। ਦੇਖੋ ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਜਿਹੜੇ ਚੈਨਲ ਦੇ ਸਰੋਤੇ ਆ, ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਫਤਿਹ ਸਾਂਝੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਗੱਲ ਕੀਤੀ ਹੈ, ਇੱਕ ਪੰਜਾਬੀ ਦੀ ਕਹਾਵਤ ਹੈ ਕਿ ਬਗਤੋਂ ਖੁੰਝੀ ਡੂਮਣੀ ਤੇ ਗਾਵੇ ਆਲ ਪਤਾਲ। ਹੁਣ ਗੱਲ ਇਹ ਹੈ ਕਿ ਜਿਹੜੇ ਤੁਸੀਂ ਸੈਸ਼ਨ ਤੇ ਗੱਲ ਕਰ ਰਹੇ ਹੋ ਜਾਂ ਸਾਡੀ ਪਾਰਟੀ ਬਾਰੇ ਗੱਲ ਕਰ ਰਹੇ ਹੋ, ਜਿਹੜੀ ਚੀਜ਼ ਦਾ ਸਾਨੂੰ ਡਰ ਸੀ ਉਹੀ ਚੀਜ਼ ਅੱਜ ਸਾਹਮਣੇ ਆ ਗਈ ਹੈ। ਕਿਉਂਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ, ਜੇ ਇਹਨੂੰ ਝੂਠਾਂ ਦੀ ਪਾਰਟੀ ਵੀ ਕਹਿ ਲਿਆ ਜਾਵੇ, ਇਹਦੇ ਵਿੱਚ ਮੈਂ ਸਮਝਦਾ ਕੋਈ ਅਤਕਥਨੀ ਨਹੀਂ ਹੋਵੇਗੀ। ਕਿਉਂਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ 92 MLA ਹੁੰਦਿਆਂ ਹੋਇਆਂ ਇਹਨਾਂ ਨੇ ਕੌਨਫੀਡੈਂਸ ਦਾ ਮਤਾ ਲਿਆਉਣ ਦੀ ਗੱਲ ਕੀਤੀ, ਜੋ ਕਿ ਤੁਸੀਂ ਵੀ ਦੇਖਿਆ, ਮੀਡੀਆ ਨੇ ਵੀ ਦਿਖਾਇਆ, ਔਰ ਬਹੁਤ ਜਿਹੜੇ ਕਾਨੂੰਨੀ ਸਲਾਹਕਾਰ ਸੀ ਉਹਨਾਂ ਨੇ ਵੀ ਦੱਸਿਆ ਕਿ ਇਹਨਾਂ ਨੂੰ ਇਹ ਮਤਾ ਬੁਲਾਉਣ ਦੀ ਲੋੜ ਵੀ ਕੀ ਸੀ ਕਿ ਜਦੋਂ ਇਹਨਾਂ ਕੋਲੇ 92 MLA ਆ, ਬਹੁਮਤ ਹੈ, ਕਿਸੇ ਵਿਰੋਧੀ ਧਿਰ ਨੇ ਜਿਹੜਾ ਹੈਗਾ ਬੇਭਰੋਸਗੀ ਮਤੇ ਦੀ ਗੱਲ ਨਹੀਂ ਕੀਤੀ, ਕੋਈ ਮੰਗ ਨਹੀਂ ਕੀਤੀ, ਫਿਰ ਇਹਨਾਂ ਨੂੰ ਕੀ ਲੋੜ ਸੀ? ਇਹਦੇ ਵਿੱਚ ਪਹਿਲਾਂ ਤਾਂ ਮੈਂ ਇਹ ਗੱਲ ਕਹਿਣਾ ਚਾਹੂੰਗਾ ਕਿ ਜਿਹੜੇ ਸਾਡੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੈ, ਜਿਨ੍ਹਾਂ ਦਾ ਮੈਂ ਸਮਝਦਾ ਕਿ ਜੋ ਦਿੱਲੀ ਦੇ ਵਿੱਚ ਇਹਨਾਂ ਦਾ ਸੁਪਰੀਮੋ ਕੇਜਰੀਵਾਲ ਜੀ ਬੈਠੇ ਆ, ਉਹਨਾਂ ਤੋਂ ਬਿਨਾਂ ਸਾਹ ਵੀ ਨਹੀਂ ਲੈ ਸਕਦੇ। ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ ਇਹ ਜਿਹੜਾ ਸੀਗਾ ਸਾਰਾ ਸੈਸ਼ਨ ਬੁਲਾ ਕੇ ਇੱਕ ਛੜਯੰਤਰ ਰਚਿਆ। ਮੇਰਾ ਕਹਿਣਾ ਇਹ ਹੈ ਕਿ ਜਦੋਂ ਇਹ ਅੱਜ ਸੈਸ਼ਨ ਚੱਲਿਆ,
ਗਵਰਨਰ ਸਾਹਿਬ ਨੇ ਵੀ ਇਹਨਾਂ ਨੂੰ ਉਹਦੇ ਉੱਪਰ ਇੱਕ ਝਟਕਾ ਦਿੱਤਾ ਕਿ ਤੁਸੀਂ ਇਸ ਤਰ੍ਹਾਂ ਸੈਸ਼ਨ ਨਹੀਂ ਸੱਦ ਸਕਦੇ। ਲੇਕਿਨ ਮੈਂ ਸਮਝਦਾ ਕਿ ਇਹਨਾਂ ਨੇ ਅੱਜ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਨੇ। ਉਹ ਕਿਸ ਤਰ੍ਹਾਂ ਉਡਾਈਆਂ ਨੇ ਕਿ ਜਿਹੜਾ ਇਹਨਾਂ ਨੇ ਰਾਜਪਾਲ ਜੀ ਨੂੰ, ਗਵਰਨਰ ਸਾਹਿਬ ਨੂੰ ਕੁਝ ਲਿਖ ਕੇ ਭੇਜਿਆ ਕੈਬਨਿਟ ਦੇ ਵਿੱਚ, ਉਹਦੇ ਵਿੱਚ ਇਹ ਜਿਹੜਾ ਭਰੋਸੇਯੋਗ ਮਤੇ ਦੀ ਜਿਹੜੀ ਗੱਲ ਸੀਗੀ, ਭਰੋਸੇ ਵਾਲੀ, ਉਹ ਸ਼ਾਮਲ ਨਹੀਂ ਸੀਗੀ। ਸੋ ਸਾਨੂੰ ਇਸ ਗੱਲ ਦਾ ਡਰ ਸੀਗਾ। ਲੇਕਿਨ ਮੈਂ ਕਹੂੰਗਾ ਕਿ ਇਹਨਾਂ ਨੇ ਜਿਹੜਾ ਕੌਨਫੀਡੈਂਸ, ਜਿਹੜਾ ਮੋਸ਼ਨ ਮਤਾ ਲੈ ਕੇ ਆਂਦਾ ਹੈ, ਤੇ ਮੈਂ ਸਮਝਦਾ ਕਿ ਸੰਗਰੂਰ ਦੇ ਲੋਕਾਂ ਨੇ 2 ਮਹੀਨੇ ਪਹਿਲਾਂ ਹੀ ਇਹਨਾਂ ਨੂੰ ਬੇਭਰੋਸਗੀ ਦਾ ਮਤਾ ਦੇ ਦਿੱਤਾ। ਉਹ ਸਾਰਿਆਂ ਦੇ ਸਾਹਮਣੇ ਹੈ, ਕਿਉਂਕਿ ਲੋਕਾਂ ਦੀ ਚੁਣੀ ਹੋਈ ਸਰਕਾਰ, ਜੇ ਲੋਕਾਂ ਦਾ ਇਹਦੇ ਵਿੱਚ ਵਿਸ਼ਵਾਸ ਹੁੰਦਾ ਤੇ ਪਹਿਲੀ ਵਾਰ ਦੇਖਿਆ ਇਤਿਹਾਸ ਦੇ ਵਿੱਚ ਕਿ 3 ਮਹੀਨਿਆਂ ਦੇ ਵਿੱਚ ਸਰਕਾਰ ਤੋਂ ਲੋਕ ਇੰਨੇ ਦੁਖੀ ਹੋ ਗਏ ਹੈ, ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੇ ਹੈ। ਤੇ ਮੈਂ ਅੱਜ ਇੱਥੇ ਆਪ ਦੇ ਬੁਲਾਰੇ ਨਹੀਂ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹੂੰਗਾ ਕਿ ਜਿਸ ਮੁੱਦਿਆਂ ਤੇ ਤੁਸੀਂ ਸੈਸ਼ਨ ਬੁਲਾਇਆ ਸੀ, ਚਾਹੇ ਪਰਾਲੀ ਦੇ ਮੁੱਦੇ ਤੇ ਬੁਲਾਇਆ, ਚਾਹੇ GST ਦੇ ਮੁੱਦੇ ਤੇ ਬੁਲਾਇਆ, ਚਾਹੇ ਹੋਰ ਮੁੱਦਿਆਂ ਤੇ ਤੁਸੀਂ ਕਿਸਾਨੀ ਦੀ ਗੱਲ ਕਰਨ ਦੀ ਗੱਲ ਕੀਤੀ ਸੀ, ਲੇਕਿਨ ਅੱਜ ਉਹ ਮੁੱਦੇ ਕਿੱਥੇ ਗਏ? ਔਰ ਸਭ ਤੋਂ ਜਗਤਾਰ ਜੀ ਮੈਂ ਕਹੂੰਗਾ ਮਾੜੀ ਗੱਲ ਕੀ ਹੈ, ਦੇਖੋ ਪਹਿਲਾਂ ਵੀ ਸੈਸ਼ਨ ਚੱਲਦੇ ਆ, ਤੁਸੀਂ ਵੀ ਸੀਨੀਅਰ ਪੱਤਰਕਾਰ ਹੋ, ਧਾਰਨੀ ਸਾਹਿਬ ਬੈਠੇ ਹੈ, ਕਾਂਗਰਸ ਦੇ ਬੁਲਾਰੇ ਬੈਠੇ ਹੈ, ਜਿਹੜੀ ਪਾਰਟੀ ਸੱਤਾ 'ਚ ਹੁੰਦੀ ਹੈ ਉਹ ਕਦੇ ਵੀ ਮਰਜ਼ਾਦਾਵਾਂ ਦਾ ਉਲੰਘਣ ਨਹੀਂ ਕਰਦੀ। ਉਹਦੀ ਜਿਹੜੀ ਬੋਲੀ ਹੁੰਦੀ ਹੈ, ਜੇ ਕੋਈ ਵਿਰੋਧੀ ਧਿਰ ਬੋਲਦੀ ਵੀ ਹੈ ਤਾਂ ਉਹ ਸਹਿਣ ਕਰਦੀ ਹੈ, ਕਿਉਂਕਿ ਜਿਹੜਾ ਸਦਨ ਹੈ ਪਵਿੱਤਰ, ਉਹਦੇ ਵਿੱਚ ਗੱਲ ਕਹਿਣ ਵਾਲੀ ਵੀ ਹੁੰਦੀ ਹੈ ਤੇ ਗੱਲ ਸੁਣਨ ਵਾਲੀ ਵੀ ਹੁੰਦੀ ਹੈ। ਅੱਜ ਜਿਸ ਤਰ੍ਹਾਂ ਦਾ ਸਦਨ ਦੇ ਵਿੱਚ ਇਹਨਾਂ ਨੇ ਸ਼ਬਦਾਂ ਦਾ ਵੀ ਵਰਤਾਓ ਕੀਤਾ, ਜਿਸ ਤਰ੍ਹਾਂ ਤੂੰ ਮੈਂ ਕਰਕੇ ਬੋਲਿਆ ਗਿਆ, ਔਰ ਜਿਸ ਤਰ੍ਹਾਂ ਦੀ ਇਹਨਾਂ ਨੇ ਧੱਕੇਸ਼ਾਹੀ ਕੀਤੀ ਹੈ, ਤੇ ਇਸ ਕਰਕੇ ਮੈਂ ਸਮਝੂੰਗਾ ਕਿ ਇਹਨਾਂ ਨੇ ਮਰਜ਼ਾਦਾਵਾਂ ਦੀ ਉਲੰਘਣਾ ਵੀ ਕੀਤੀ। ਸੋਢੀ ਸਾਹਿਬ, ਬਿਲਕੁਲ ਇੱਕ ਸਵਾਲ ਜਿਹੜਾ ਹੈਗਾ, ਮੈਂ ਬਾਕੀ ਮਹਿਮਾਨਾਂ ਤੋਂ ਹੀ ਸਵਾਲ ਲਵਾਂਗਾ, ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ। ਇਹ ਗੱਲ ਸਹੀ ਹੈ, ਤੁਸੀਂ ਕਹਿ ਰਹੇ ਕਿ ਜਿਸ ਤਰੀਕੇ ਨਾਲ ਸੈਸ਼ਨ ਬਾਰੇ ਭਰੋਸਾ ਦਿੱਤਾ ਗਿਆ ਸੀ ਤੇ ਹੁਣ ਫੇਰ ਭਰੋਸਗੀ ਦੇ ਮਤੇ ਦੀ ਗੱਲ, ਪਰ ਅੱਜ ਵੀ ਜਿਹੜਾ ਹੈਗਾ ਆਪਦੇ ਬੁਲਾਰੇ ਜ਼ਰੂਰ ਨਹੀਂ ਆ, ਪਰ ਆਪਾਂ ਜੇ ਮੀਡੀਆ 'ਚ ਰਾਹੀਂ ਸੁਣਿਆ ਮੁੱਖ ਮੰਤਰੀ ਭਗਵੰਤ ਮਾਨ ਜਿਹੜਾ ਉਹਨਾਂ ਨੇ ਗੱਲ ਕੀਤੀ ਹੈ, ਸਭ ਨੇ ਜਿਹੜਾ ਹੈਗਾ ਹਾਕਮ ਧਿਰ ਵੱਲੋਂ ਕਿਹਾ ਗਿਆ ਕਿ ਆਪਰੇਸ਼ਨ ਲੋਟਸ ਜਿਹੜਾ ਹੈਗਾ ਪੰਜਾਬ ਦੇ ਵਿੱਚ ਫੇਲ ਹੋਇਆ ਹੈ। ਇਸ ਵਜ੍ਹਾ ਕਰਕੇ ਭਾਜਪਾ ਬਖਲਾੜ 'ਚ ਤੋੜਨਾ ਚਾਹੁੰਦੇ ਸੀ ਸਰਕਾਰ ਨੂੰ। ਦੇਖੋ ਜਗਤਾਰ ਜੀ, ਜਿਹੜੀ ਆਪਰੇਸ਼ਨ ਲੋਟਸ ਦੀ ਗੱਲ ਹੈ, 2 ਗੱਲਾਂ ਨੇ। ਪਹਿਲੀ ਗੱਲ ਤਾਂ ਅਸੀਂ ਇਹ ਕਹਿੰਦੇ ਆ ਕਿ ਜੇ ਆਪਰੇਸ਼ਨ ਲੋਟਸ ਦੇ ਵਿੱਚ ਕਿਸੇ ਵਿਅਕਤੀ ਦਾ ਇਹਨਾਂ ਕੋਲੇ ਸਬੂਤ ਹੈ, ਜੇਕਰ ਹੈ, ਇਹਨਾਂ ਦੀ ਸਰਕਾਰ ਹੈ, ਇਹਨਾਂ ਦਾ ਪ੍ਰਸ਼ਾਸਨ ਹੈ, ਇਹ ਦੂਜੇ ਪਾਸੇ ਕਹਿੰਦੇ ਆ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ MLA ਹੈ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ। ਹੁਣ ਜੇ ਧਮਕੀਆਂ ਆ ਰਹੀਆਂ ਕਿਸੇ ਫੋਨ ਨੰਬਰ ਤੋਂ ਆਉਂਦੀਆਂ ਹੋਣਗੀਆਂ, ਉਹ ਫੋਨ ਟਰੇਸ ਕਰਨ, ਸਾਰਾ ਤੰਤਰ ਇਹਨਾਂ ਕੋਲੇ ਹੈ, ਜਨਤਕ ਕਰਨ। ਅਸੀਂ ਪਹਿਲਾਂ ਕਹਿੰਦੇ ਆ ਜੇ ਜਨਤਕ ਕਰਨ, ਝੂਠ ਨਾ ਬੋਲਣ। ਦੇਖੋ ਇਹਨਾਂ ਨੂੰ ਆਪਣੀ ਪੁਲਿਸ ਤੇ ਵਿਸ਼ਵਾਸ ਨਹੀਂ ਹੈ। ਇੱਕ ਪਾਸੇ DGP ਨੂੰ ਸ਼ਿਕਾਇਤ ਕਰ ਰਹੇ ਨੇ ਇਹਨਾਂ ਦੇ ਵਿੱਤ ਮੰਤਰੀ ਸਾਹਿਬ, ਦੂਜੇ ਪਾਸੇ ਸੁਪਰੀਮ ਕੋਰਟ ਤੋਂ ਜਾਂਚ ਕਰਾਉਣ ਦੀ ਗੱਲ ਕਰ ਰਹੇ ਨੇ। ਮਿਹਰਬਾਨੀ, ਬਿਲਕੁਲ ਜਿਹੜਾ ਜਿਸ ਮੁੱਦੇ ਤੁਸੀਂ ਗੱਲ ਕਰਿਆ ਆਪਾਂ ਦੁਬਾਰਾ ਆਉਂਦੇ ਇਸ ਮੁੱਦੇ ਤੇ। ਧਾਰਨੀ ਸਾਹਿਬ, ਇਸੇ ਮਾਮਲੇ ਤੇ ਜਿਸ ਤਰੀਕੇ ਨਾਲ ਜਿਹੜਾ ਹੈਗਾ ਸੈਸ਼ਨ ਦਾ ਰੰਗ ਅੱਜ ਬੰਨਿਆ ਗਿਆ, ਜਿੱਦਾਂ ਦਾ ਉੱਥੇ ਤੂਫਾਨ ਮਚਿਆ, ਜਿਸ ਤਰ੍ਹਾਂ ਦੇ ਵਿਰੋਧ ਹੋਏ ਹੈ, ਬਾਈਕਾਟ ਹੋਇਆ, ਸੈਸ਼ਨ ਸਮੇਂ ਤੋਂ ਪਹਿਲਾਂ ਉਠਾਉਣਾ ਪਿਆ, ਕੀ ਲੱਗਦਾ ਹੈ ਕਿ ਕੋਈ ਸੈਸ਼ਨ ਦੀ ਸੰਜੀਦਗੀ ਸੀ ਜਾਂ ਜਿਹੜਾ ਜਿਸ ਤਰੀਕੇ ਨਾਲ ਹਾਕਮ ਧਿਰ ਆਪਣੀ ਜਿਹੜੀ ਗੱਲ ਆ ਪੂਰੀ ਕਰਾਉਣਾ ਚਾਹੁੰਦੀ ਸੀ ਕਿ ਜਿੱਦਾਂ ਭਾਜਪਾ ਬਾਰੇ ਕਿਹਾ ਜਾ ਰਿਹਾ ਹੈ ਕਿ ਆਪਰੇਸ਼ਨ ਲੋਟਸ ਜਿਹੜਾ ਉਹਨਾਂ ਦਾ ਫੇਲ ਹੋਇਆ, ਉਹਦੀ ਜਿਹੜੀ ਹੈਗੀ ਆ ਤਸਵੀਰ ਉਹ ਚੱਲ ਕੇ ਜਿਹੜੀ ਹੈਗੀ ਸਦਨ ਦੇ ਅੰਦਰ ਪੇਸ਼ ਕਰਨਾ ਚਾਹੁੰਦੇ ਸੀ ਕਿ ਅਸੀਂ 92 ਵਿਧਾਇਕਾਂ ਖੜੇ ਹਾਂ, ਤੋੜ ਕੇ ਦਿਖਾਓ। ਇਹਦੇ ਲਈ ਸੈਸ਼ਨ ਬੁਲਾਇਆ ਗਿਆ। ਧਾਰਨੀ ਸਾਹਿਬ, ਸਿੱਧੂ ਸਾਹਿਬ, ਦੇਖੋ ਮੈਂ ਜਿੱਥੋਂ ਤੱਕ ਮੇਰੀ ਆਪਣੀ ਪਰਸਨਲ ਸੋਚ ਹੈ ਕਿ ਚਾਹੇ ਲੋਕਾਂ ਨੂੰ ਔਖਾ ਲੱਗੇ, ਇਹ ਮੈਂ ਸਮਝਦਾ ਕਿ ਪੰਜਾਬ ਦੀ ਬਦਕਿਸਮਤੀ ਹੈ। ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਬਦਲਾਅ ਦੇ ਨਾਂ ਦੇ ਉੱਤੇ ਜਿਸ ਹਿਸਾਬ ਨਾਲ ਲੈ ਕੇ ਆਂਦਾ, ਅੱਜ ਉਸ ਦਾ ਰਿਜ਼ਲਟ ਔਰ ਉਸ ਦਾ ਅਫਜ਼ਾਨਾ ਜਿਹੜਾ ਹੈਗਾ ਲੋਕ ਚੁਕਾ ਰਹੇ ਹੈਗੇ। ਮੈਂ ਸਿੱਧੂ ਸਾਹਿਬ, ਇਹ 2 ਕੁਐਸਚਨ ਹੈ ਮੇਰੇ। ਸੈਸ਼ਨ ਨੂੰ ਬੁਲਾਉਣ ਦੀ ਲੋੜ ਕਿਉਂ ਪਈ, ਨੰਬਰ 1। ਨੰਬਰ 2, ਇਸ ਸੈਸ਼ਨ ਦੇ ਪਿੱਛੇ ਜਿਹੜਾ ਹੈਗਾ ਕਾਰਨ ਕੀ ਸੀ? ਔਰ ਇਹਨਾਂ ਨੇ ਇੱਕ ਬਹਾਨਾ ਲੱਭਿਆ, ਲੋਟਸ BJP ਦਾ ਜਿਹੜਾ ਹੈਗਾ ਸੀ ਉਸ ਨੂੰ ਲੱਭ ਕੇ। ਸਵਾਲ ਇਹ ਹੈਗਾ ਕਿ ਆਮ ਆਦਮੀ ਪਾਰਟੀ BJP ਤੋਂ ਬਚਦੀ ਫਿਰਦੀ ਹੈ ਜਾਂ BJP ਆਮ ਆਦਮੀ ਨੂੰ ਬਚਾਉਂਦੀ ਫਿਰਦੀ ਹੈ? ਹੁਣ ਸਵਾਲ ਤਾਂ ਇਹ ਲੋਕਾਂ ਦੇ ਵਿੱਚ ਜਿਹੜਾ ਹੈਗਾ ਆਉਣ ਦੀ ਗੱਲ ਹੈਗੀ ਹੈ। ਹੁਣ ਮੈਂ ਇਹ ਵੀ ਪੁੱਛਦਾ ਹੈਗਾ ਕਿ ਬੇਭਰੋਸਗੀ ਦਾ ਮਸਲਾ, ਜਦੋਂ ਵੀ ਕੋਈ ਇਸ ਤਰ੍ਹਾਂ ਦਾ ਸੈਸ਼ਨ ਬੁਲਾਇਆ ਜਾਂਦਾ ਹੈ, ਉਹ ਸੈਸ਼ਨ ਤੋਂ ਪਹਿਲਾਂ ਜਿਹੜਾ ਹੈਗਾ ਉਹਦਾ ਏਜੰਡਾ ਜਿਹੜਾ ਹੈਗਾ ਭੇਜਿਆ ਜਾਂਦਾ ਹੈ ਕਿ ਆਹ ਏਜੰਡੇ ਦੇ ਮੁਤਾਬਕ ਜਿਹੜਾ ਹੈਗਾ ਸੈਸ਼ਨ ਦੇ ਵਿੱਚ ਗੱਲਬਾਤ ਹੋਣੀ ਹੈ।
ਔਰ ਮਿੰਟਸ ਦੇ ਵਿੱਚ ਜਿਹੜੀ ਹੈਗੀ ਹਰ ਚੀਜ਼ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣ ਕਿ ਹਰ ਚੀਜ਼ ਨੂੰ, ਹਰ ਗੱਲ ਨੂੰ ਜਿਹੜਾ ਹੈਗਾ ਛਿੱਕੇ ਤੇ ਟੰਗ ਕੇ ਰੱਖ ਦਿੱਤਾ ਜਾਵੇ, ਔਰ ਉਸ ਦੇ ਪਿੱਛੇ ਕਾਰਨ ਕੀ ਹੈਗਾ? ਹੁਣ ਮੈਂ ਅਗਲਾ ਕਾਰਨ ਇਹ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਪੁੱਛਦਾ ਇਹ ਹੈਗਾ ਕਿ ਪੰਜਾਬ ਨੂੰ ਮਿਲਿਆ ਕੀ? ਜਿਹੜੀ ਸਰਕਾਰ ਬਦਲਾਅ ਦੇ ਨਾਂ ਦੇ ਉੱਤੇ ਆਈ ਸੀ, ਉਸਨੇ ਪੰਜਾਬ ਨੂੰ ਦਿੱਤਾ ਕੀ? ਪੰਜਾਬ ਦੇ ਲੋਕਾਂ ਦੀ ਖੁਸ਼ਹਾਲੀ ਵਾਸਤੇ ਜਿਹੜੀਆਂ ਗੱਲਾਂ ਉਹ ਕਰਕੇ ਆਏ ਸੀ, ਜਿਹੜੀਆਂ ਨੌਕਰੀਆਂ ਦੀਆਂ ਗੱਲਾਂ ਕਰਦੇ ਸੀ, ਜਿਹੜੀਆਂ ਕਹਿੰਦੇ ਸੀ ਕਿ ਸਿਕਿਉਰਿਟੀ ਤੋਂ ਬਿਨਾਂ ਅਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਆਮ ਬੰਦਿਆਂ ਦੀ ਤਰ੍ਹਾਂ ਰਹੇਗੀ, ਉਹ ਕਿੱਥੇ ਗਈ? ਨੌਕਰੀਆਂ ਕਿੱਥੇ ਗਈਆਂ? ਤਾਨੀ ਸਾਹਿਬ, ਬਿਲਕੁਲ ਮੁੱਦਿਆਂ ਦੀ ਗੱਲ ਤੁਸੀਂ ਕਰਦੇ ਹੋ, ਪਰ ਆਪ ਵੱਲੋਂ ਬਾਰ-ਬਾਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੰਜਾਬ ਦੀ ਵਿਰੋਧੀ ਧਿਰ ਹੈ ਉਹ ਸਹੀ ਭੂਮਿਕਾ ਨਹੀਂ ਨਿਭਾ ਰਹੀ। ਕਿਤੇ ਕਿਹਾ ਜਾ ਰਿਹਾ ਕਿ ਉਹ ਭਾਜਪਾ ਨਾਲ ਮਿਲ ਗਏ ਹੈ, ਕਿਤੇ ਕਿਹਾ ਜਾ ਰਿਹਾ ਕਿ ਹਾਸ਼ੀਏ ਤੇ ਚਲੇ ਗਏ ਹੈ। ਪੰਜਾਬ ਦੇ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ, ਕਹਿੰਦੇ ਕਿ ਵਿਰੋਧੀ ਧਿਰ ਮੁੱਦਿਆਂ ਦੇ ਨਾਲ ਸਹਿਮਤ ਨਹੀਂ ਹੈ, ਗੱਲ ਕਰਨਾ ਨਹੀਂ ਚਾਹੁੰਦੀ ਵਿਰੋਧੀ ਧਿਰ। ਸਿੱਧੂ ਸਾਹਿਬ, ਮੈਂ ਤਾਂ ਇੱਕੋ ਗੱਲ ਪੁੱਛਦਾ ਹਾਂ, ਸਿੱਧੂ ਸਾਹਿਬ ਮੈਨੂੰ ਇਹ ਦੱਸ ਦੇਣ ਵੀ ਬੇਭਰੋਸਗੀ ਦਾ ਮਤਾ ਜਿਹੜਾ ਪਾਉਣ ਦਾ ਰੀਜ਼ਨ ਕੀ ਹੈਗਾ? ਉਹਦੇ ਪਿੱਛੇ ਕਾਰਨ ਕੀ ਹੈਗੇ ਆ? ਕਾਰਨ ਇਹ ਹੈਗਾ ਕਿ 6 ਮਹੀਨੇ ਲਗਾਤੇ ਇਹਨਾਂ ਨੇ। ਕਦੇ ਜਿਹੜਾ ਹੈਗਾ ਲਾ ਐਂਡ ਆਰਡਰ ਦੀ ਪੋਜੀਸ਼ਨ ਕੀ ਹੈਗੀ ਆ, ਨਸ਼ਿਆਂ ਦੀ ਪੋਜੀਸ਼ਨ ਕੀ ਹੈਗੀ ਆ, ਮਾਈਨਿੰਗ ਦੀ ਪੋਜੀਸ਼ਨ ਕੀ ਹੈਗੀ ਆ, ਕੱਲੀ ਨੂੰ ਆਪਾਂ ਡਿਸਕਸ ਕਰ ਲਓ। ਮੈਂ ਇਹ ਕਹਿਣਾ ਕਿ ਲੋਕਾਂ ਨੂੰ ਮਿਲਿਆ ਕੀ? ਮੇਰਾ ਸਵਾਲ ਤਾਂ ਇਹ ਹੈਗਾ, ਲੋਕਾਂ ਨੂੰ ਮਿਲਿਆ ਕੀ? ਇਹਨਾਂ ਤਾਂ 6 ਮਹੀਨੇ ਦੀ ਸਰਕਾਰ ਦੀ ਸਿਕਿਉਰਿਟੀ ਮਿਲ ਗਈ, ਮੈਂ ਪੁੱਛਦਾ ਲੋਕਾਂ ਨੂੰ ਕੀ ਮਿਲਿਆ? ਸੋ ਇਹ ਜਿਹੜੇ ਕੁਐਸਚਨ ਹੈਗੇ ਆ ਨਾ ਅੱਜ, ਇਹ ਲੋਕਾਂ ਨੂੰ ਮਿਲਿਆ ਇਹ ਕਿ ਲੋਕਾਂ ਦੀ 10-9 ਦੀ ਮਿਹਨਤ ਦਾ ਜਿਹੜਾ ਟੈਕਸ ਸੀ ਉਹ ਇਹ ਖਾ ਕੇ ਢਕਾਰ ਕੇ ਜਿਹੜਾ ਹੈਗਾ ਆਪਣੇ ਘਰਾਂ ਨੂੰ ਮੁੜਿਆ ਹੈ। ਬਿਲਕੁਲ, ਆਪਾਂ ਦੁਬਾਰਾ ਆਉਂਦੇ ਹਾਂ ਤੁਹਾਡੇ ਇਸ ਮੁੱਦੇ ਤੇ, ਆਪਾਂ ਫਿਰ ਜ਼ਿਕਰ ਕਰਦੇ ਹਾਂ। ਸਾਡੇ ਨਾਲ ਕਾਂਗਰਸ ਪਾਰਟੀ ਦੇ ਬੁਲਾਰੇ ਸਿੱਖਾਂਵਾਲਾ ਜੀ ਜੁੜੇ ਹੈ। ਸਿੱਖਾਂਵਾਲਾ ਜੀ, ਜਿਹੜਾ ਹੈਗਾ ਜਦੋਂ ਆਪਾਂ ਸੈਸ਼ਨ ਦੀ ਗੱਲ ਕਰਦੇ ਹਾਂ, ਇੱਕ ਤਾਂ ਆਪਰੇਸ਼ਨ ਲੋਟਸ ਦੀ ਗੱਲ, ਦੂਜਾ ਜਿਹੜਾ ਬਾਰ-ਬਾਰ ਅੱਜ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾਣਾ, ਉਹਦਾ ਨੋਟਿਸ ਤਾਂ ਲੈਣਾ ਬਣਦਾ ਹੀ ਹੈ ਕਿ ਕਾਂਗਰਸ ਜਿਹੜੀ ਬਿਲਕੁਲ ਹੀ ਭਾਜਪਾ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ। ਜੀ ਸਿੱਧੂ ਸਾਹਿਬ ਜੀ, ਜਿਸ ਤਰ੍ਹਾਂ ਕਿ ਪਹਿਲਾਂ ਵੀ ਆਪਾਂ 1-2 ਵਾਰ ਇਸ ਗੱਲ ਤੇ ਚਰਚਾ ਕੀਤੀ ਹੈ ਕਿ ਆਮ ਆਦਮੀ ਪਾਰਟੀ ਹੈ ਜਿਹੜੀ, ਉਹ ਗੈਰ ਸਮਾਜਿਕ, ਗੈਰ ਜ਼ਿੰਮੇਵਾਰ ਤੇ ਗੈਰ ਸੰਵਿਧਾਨਕ ਲੋਕਾਂ ਦੀ ਪਾਰਟੀ ਹੈ। ਨਾ ਇਹ ਕਿਸੇ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਉਹਦੇ ਚ ਸਮਰੱਥ ਹੈ, ਔਰ ਨਾ ਹੀ ਇਸ ਸੰਵਿਧਾਨ ਨੂੰ ਸਹੀ ਢੰਗ ਨਾਲ ਮੰਨਦੇ ਹੈ। ਔਰ ਇਹਦੇ ਜਿਹੜੇ ਨੇਤਾ ਹੈ, ਇਹਨਾਂ ਦੀ ਗੱਲ ਦੇ ਵਿੱਚ ਇਹ ਇਸ ਗੱਲ ਦਾ ਝਲਕਾਰਾ ਪੈਂਦਾ ਹੈ ਕਿ ਇਹ ਜਿੱਤਣ ਤੋਂ ਬਾਅਦ ਖੁਦ ਨੂੰ ਇੱਕ ਰੱਬ ਸਮਝਣ ਲੱਗ ਪਏ, ਕਾਨੂੰਨ ਤੋਂ ਆਪਣੇ ਆਪ ਨੂੰ ਉੱਪਰ ਸਮਝਣ ਲੱਗ ਪਏ। ਔਰ ਜਿਸ ਤਰ੍ਹਾਂ ਆ ਪਿਛਲੇ ਦਿਨਾਂ ਦੇ ਵਿੱਚ ਆਪਾਂ ਸਾਰੀਆਂ ਘਟਨਾਵਾਂ ਦੇਖੀਆਂ ਕਿ ਪਹਿਲਾਂ ਭਗਵੰਤ ਮਾਨ ਸਾਹਿਬ ਹੋਰਾਂ ਨੇ ਇੱਕ ਪਰਮਿਸ਼ਨ ਮੰਗੀ ਸਾਡੇ ਰਾਜਪਾਲ ਸਾਹਿਬ ਤੋਂ 22 ਤਰੀਕ ਨੂੰ ਸਪੈਸ਼ਲ ਸਦਨ ਵਾਸਤੇ, ਔਰ ਉਸ ਤੋਂ ਬਾਅਦ ਜਦੋਂ ਸਾਡੇ ਗਵਰਨਰ ਸਾਹਿਬ ਹੋਰਾਂ ਨੇ ਲਿਖ ਕੇ ਭੇਜਤਾ ਕਿ ਤੁਸੀਂ ਵਿਸ਼ਵਾਸ ਮਤ ਦੇ ਲਈ ਕੋਈ ਸਪੈਸ਼ਲ ਸੈਸ਼ਨ ਨਹੀਂ ਬੁਲਾ ਸਕਦੇ। ਕਾਨੂੰਨ ਦੇ ਵਿੱਚ ਇਸ ਗੱਲ ਦੀ ਕੋਈ ਕਲੌਜ਼ ਨਹੀਂ ਹੈ ਕਿ ਤੁਸੀਂ ਵਿਸ਼ਵਾਸ ਮਤ ਵਾਸਤੇ ਸਪੈਸ਼ਲ ਸੈਸ਼ਨ ਬੁਲਾਓ। ਇਹ ਕਹਿ ਕੇ ਉਹਨਾਂ ਨੇ ਰੱਦ ਕਰਤਾ। ਫਿਰ ਇਹਨਾਂ ਨੇ ਨਵਾਂ ਮੁੱਦਾ ਲੈ ਕੇ ਆਂਦਾ ਬਿਜਲੀ ਤੇ ਪਰਾਲੀ ਵਾਲਾ, ਔਰ 27 ਤਰੀਕ ਅੱਜ ਜਾਣੀ ਕਿ ਇਹ ਰਾਜਪਾਲ ਸਾਹਿਬ ਹੋਰਾਂ ਨੇ ਪਰਮਿਸ਼ਨ ਦਿੱਤੀ। ਪਰ ਇਹ ਬਹੁਤ ਵੱਡਾ ਲੋਕਾਂ ਦੇ ਨਾਲ, ਲੋਕ ਮਤ ਦੇ ਨਾਲ ਤੇ ਸੰਵਿਧਾਨ ਦੇ ਨਾਲ ਇੱਕ ਬਹੁਤ ਵੱਡੀ 420 ਬਹੁਤ ਵੱਡਾ ਧੋਖਾ ਭਗਵੰਤ ਮਾਨ ਤੇ ਉਹਨਾਂ ਦੇ ਸਾਥੀਆਂ ਨੇ ਕੀਤਾ। ਇਹ ਦੁਬਾਰਾ ਫੇਰ ਵਿਸ਼ਵਾਸ ਮਤ ਲੈ ਕੇ ਆਏ, ਜਿਹਦਾ ਕਿ ਪਹਿਲਾਂ ਗਵਰਨਰ ਸਾਹਿਬ ਹੋਰਾਂ ਨੇ ਵਰਜਿਆ ਵੀ ਸੀ ਔਰ ਉਹਨਾਂ ਨੂੰ ਦੱਸਿਆ ਵੀ ਸੀ ਕਿ ਗੈਰ ਕਾਨੂੰਨੀ ਹੈ। ਔਰ ਇਹ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਸਮਝਦੇ ਆ, ਕਿਸੇ ਤਰ੍ਹਾਂ ਦੇ ਕਾਨੂੰਨ ਨੂੰ ਸਮਝਦੇ ਨਹੀਂ। ਔਰ ਲੋਕਤੰਤਰ ਦੇ ਲਈ ਮੈਂ ਸਮਝਦਾ ਇਹ ਬਹੁਤ ਵੱਡਾ ਖਤਰਾ ਹੈ। ਜਸਵਿੰਦਰ ਜੀ, ਤੁਸੀਂ ਕਹਿ ਰਹੇ ਹੋ ਕਿ ਜਸਵਿੰਦਰ ਜੀ ਆਰਐਸਐਸ ਦਾ ਇਹ ਵਿੰਗ ਤਾਂ ਹੈ ਹੀ। ਇਹ ਤਾਂ ਬਹੁਤ ਦੇਰ ਤੋਂ ਅਸੀਂ ਲੋਕਾਂ ਦੇ ਸਾਹਮਣੇ ਕੱਢ ਕੇ ਇਸ ਗੱਲ ਦੇ, ਇਹਨਾਂ ਦੇ ਸੰਪਰਕ ਵੀ ਕੱਢ ਕੇ ਰੱਖੇ। ਇਹਨਾਂ ਨੇ ਨਾਗਪੁਰ ਜਾਂਦੇ ਆ ਔਰ ਇਹਨਾਂ ਦਾ ਨਾਗਪੁਰ ਤੋਂ ਇਹਨਾਂ ਨੂੰ ਸਾਰੇ ਜਿਹੜੇ ਉੱਤੋਂ ਦਿਸ਼ਾ ਨਿਰਦੇਸ਼ ਆਉਂਦੇ ਕਿ ਤੁਸੀਂ ਇਹ ਡਰਾਮੇ ਕਰੋ। ਅਸਲ ਦੇ ਵਿੱਚ ਗੁਜਰਾਤ ਤੇ ਹਿਮਾਚਲ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ, ਉੱਥੇ ਜਿਹੜੀਆਂ ਇਹਦਾ ਬੀਜੇਪੀ ਦੀ ਪੋਜੀਸ਼ਨ ਬਹੁਤ ਮਾੜੀ ਹੈ ਦੋਨਾਂ ਸਟੇਟਾਂ ਦੇ ਵਿੱਚ। ਔਰ ਬੀਜੇਪੀ ਦੀਆਂ ਵਿਰੋਧੀ ਵੋਟਾਂ ਨੂੰ ਵੰਡਣ ਵਾਸਤੇ ਇਹਨਾਂ ਨੇ, ਕੇਜਰੀਵਾਲ ਸਾਹਿਬ ਨੇ ਪਹਿਲਾਂ ਇਹ ਡਰਾਮੇਬਾਜ਼ੀ ਦਿੱਲੀ ਦੇ ਵਿੱਚ ਕੀਤੀ। ਔਰ ਦਿੱਲੀ ਦੇ ਵਿੱਚ ਜਿਹੜਾ ਸੈਸ਼ਨ ਬੁਲਾਇਆ ਸੀ ਵੀ ਸਾਡੇ ਆਪਰੇਸ਼ਨ ਲੋਟਸ ਹੋ ਗਿਆ, ਉੱਥੇ ਵੀ ਇਹਨਾਂ ਨੇ ਕੋਈ ਇਹ ਨਹੀਂ ਕੀਤਾ ਕਿ ਸਾਡੇ ਮਨੀਸ਼ ਸਿਸੋਦੀਆ ਨੂੰ ਕਿਹੜੇ ਬੰਦੇ ਨੇ ਸੰਪਰਕ ਕੀਤਾ ਸੀ ਵੀ ਤੈਨੂੰ ਮੁੱਖ ਮੰਤਰੀ ਬਣਾਉਣੇ, ਜਾਂ ਸਾਡੇ ਉੱਥੇ ਜਿਹੜੇ ਪਹਿਲੇ ਆ ਦਿੱਲੀ ਵਾਲੇ ਉਹਨਾਂ ਨੂੰ ਕਿਹਨੇ ਸੰਪਰਕ
ਅਸੀਂ ਜਿਹਨੂੰ ਕਿ ਇੱਕ ਰਾਜਨੀਤਿਕ ਜ਼ਿੰਮੇਵਾਰੀ ਕਿਸੇ ਕਿ ਫਲਾਣਾ ਬੰਦਾ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦਾ ਸੀ, ਫਲਾਣਾ ਬੰਦੇ ਨੇ ਸਾਡੇ ਨਾਲ ਸੰਪਰਕ ਕੀਤਾ। ਔਰ ਇਹੋ ਗੱਲ ਪੰਜਾਬ ਦੇ ਵਿੱਚ ਅਸੀਂ ਬਾਰ-ਬਾਰ ਪੁੱਛ ਰਹੇ ਹਾਂ ਕਿ ਇਹ ਗੱਲ ਤਾਂ ਠੀਕ ਹੈ, ਐਮਐਲਏ ਨੂੰ ਕਿਸੇ ਨੇ ਖਰੀਦਣ ਦੀ ਕੋਸ਼ਿਸ਼ ਕੀਤੀ ਹੈ। ਜਸਵਿੰਦਰ ਜੀ ਬਿਲਕੁਲ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਐਫਆਈਆਰ ਦਰਜ ਕਰਾਈ ਹੈ। ਜਸਵਿੰਦਰ ਜੀ ਬਿਲਕੁਲ ਮੈਂ ਕਹਿਣਾ ਰੂਲਿੰਗ ਪਾਰਟੀ। ਜਸਵਿੰਦਰ ਜੀ ਬਿਲਕੁਲ, ਜਸਵਿੰਦਰ ਜੀ ਇਹ ਗੱਲ ਸਹੀ ਹੈ ਕਿ ਦੇਖੋ ਇਸ ਮੁੱਦੇ ਤੇ ਆਪਾਂ ਪਹਿਲਾਂ ਵੀ ਬਹਿਸਾਂ ਕਰ ਚੁੱਕੇ ਹਾਂ, ਪਰ ਜੇ ਮੁੱਖ ਮੰਤਰੀ ਭਗਵੰਤ ਮਾਨ ਬਾਰ-ਬਾਰ ਇਹ ਕਹਿੰਦਾ ਹੈ ਕਿ ਕਾਂਗਰਸ ਜਿਹੜੀ ਹੈਗੀ ਹੈ ਉਹ ਭਾਜਪਾ ਦੀ ਬੀ ਟੀਮ ਹੈ। ਇਹ ਜੀ ਜਿਹੜੀ ਗੱਲ ਮੈਂ ਕਹੀ ਹੈ ਕਿ ਇਹ ਗੈਰ ਜ਼ਿੰਮੇਵਾਰ ਤੇ ਨਟੰਕੀਬਾਜ਼ ਲੋਕ ਹੈ। ਇਹ ਕੀ ਹੈ, ਇਹਨਾਂ ਦੇ ਹੱਥ ਹਮੇਸ਼ਾ ਚਿੱਕੜ ਦੇ ਨਾਲ ਲਿਬੜੇ ਰਹਿੰਦੇ ਆ। ਇਹ ਪਹਿਲਾਂ ਸਾਡੇ ਤੇ ਇਸ ਗੱਲ ਦਾ ਇਲਜ਼ਾਮ ਲਾਉਂਦੇ ਰਹੇ ਕਿ ਕਾਂਗਰਸ ਤੇ ਅਕਾਲੀ ਦਲ ਮਿਲੇ ਹੋਏ ਆ। ਹੁਣ ਇਹਨਾਂ ਨੇ ਇਹ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਕਿ ਕਾਂਗਰਸ ਤੇ ਬੀਜੇਪੀ ਮਿਲੇ ਹੋਏ ਆ। ਦੇਖੋ ਸਾਡੇ ਸਿਧਾਂਤਕ ਮਤਭੇਦ ਹੈ। ਸਾਡੀ ਪਾਰਟੀ ਧਰਮ ਨਿਰਪੱਖ ਪਾਰਟੀ ਹੈ ਔਰ 137 ਸਾਲ ਪੁਰਾਣੀ ਪਾਰਟੀ ਹੈ। ਅਸੀਂ ਅਕਾਲੀ ਦਲ ਨਾਲ ਰਲ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ। ਸਾਡੀ ਕੋਈ ਉਸ ਤਰ੍ਹਾਂ ਦੀ ਕੋਈ ਲੜਾਈ ਇਹਨਾਂ ਨਾਲ ਨਹੀਂ ਸੀ ਅਕਾਲੀ ਦਲ ਦੇ ਨਾਲ, ਪਰ ਅਕਾਲੀ ਦਲ ਨਾਲ ਰਲ ਕੇ ਕਾਂਗਰਸ ਪਾਰਟੀ ਨੇ ਇਲੈਕਸ਼ਨ ਵੀ ਲੜੇ ਆ। ਚਲੋ ਤੁਹਾਡਾ ਵੀ ਬਣ ਆ ਗਿਆ। ਅਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਕੁਝ ਕੀਤਾ ਹੈ ਔਰ ਬੀਜੇਪੀ ਦੇ ਨਾਲ ਸਾਡਾ ਸਿਧਾਂਤਕ ਮਤਭੇਦ ਆ। ਉਹ ਧਰਮ ਦੇ ਆਧਾਰ ਤੇ ਚੱਲਣ ਵਾਲੀ ਪਾਰਟੀ ਹੈ, ਅਸੀਂ ਧਰਮ ਨਿਰਪੱਖ ਪਾਰਟੀ ਹੈ। ਉਹ ਸਾਡੇ ਨਾਲ ਜਵਾਬ ਲੈ ਲਈਏ। ਕਿਵੇਂ ਹੋ ਸਕਦੇ ਹਾਂ? ਬਿਲਕੁਲ ਜਸਵਿੰਦਰ ਜੀ ਤੁਹਾਡਾ ਵੀ ਬਣ ਆ ਗਿਆ। ਛੋਟੀ ਜਿਹੀ ਇਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ। ਦੇਖੋ ਆਪਦੇ ਬੁਲਾਰੇ ਤਾਂ ਹੈ ਹੀ ਨਹੀਂ ਕਿ ਜਿਨ੍ਹਾਂ ਮੁੱਦਿਆਂ ਦਾ ਸਿੱਧੇ ਤੌਰ ਤੇ ਜਵਾਬ ਦੇ ਸਕਦੇ ਹੁੰਦੇ ਆ, ਪਰ ਜੋ ਸਿਚੁਏਸ਼ਨ ਜਿਹੜੀ ਹੈਗੀ ਹੈ ਸਦਨ ਦੇ ਅੰਦਰ ਉੱਭਰ ਕੇ ਸਾਹਮਣੇ ਆ ਰਹੀ ਹੈ ਉਹਦੇ 'ਚ ਇਹੀ ਗੱਲ ਬਾਰ-ਬਾਰ ਆਉਂਦੀ ਰਹੀ ਹੈ ਕਿ ਕਾਂਗਰਸ ਜਿਹੜੀ ਕਿ ਭਾਜਪਾ ਦੀ ਬੀ ਟੀਮ। ਹੁਣ ਕਾਂਗਰਸ ਦਾ ਕਹਿਣਾ ਹੈ ਕਿ ਆਪ ਵਾਲੇ ਤਾਂ ਭਾਜਪਾ ਦੇ ਆਰਐਸਐਸ ਨਾਲ ਰਲੇ ਵੀ ਹੋ ਸਕਦੇ ਆ, ਸਾਡੇ ਤਾਂ ਸਿਧਾਂਤਕ ਮਤਭੇਦ ਹੈ। ਦੂਜਾ ਗੁਜਰਾਤ ਤੇ ਜਦੋਂ ਆਪਾਂ ਗੱਲ ਕਰਦੇ ਹਿਮਾਚਲ ਦੀ, ਉੱਥੇ ਚੋਣਾਂ ਦਾ ਫਾਇਦਾ ਦੇਣ ਦੇ ਲਈ ਆਪ ਤੇ ਭਾਜਪਾ ਵਾਲੇ ਮਿਲ ਕੇ ਖੇਡ ਰਹੇ ਹੈ। ਦੇਖੋ ਜਗਤਾਰ ਜੀ, ਵਿਰੋਧੀ ਪਾਰਟੀ ਨੇ ਜਿਹੜੇ ਹੈਗੇ ਇਲਜ਼ਾਮ ਲਾਉਣੇ ਹੁੰਦੇ ਨੇ, ਲੇਕਿਨ ਮੈਂ ਮੇਰੇ ਵੀਰ ਜਿਹੜੇ ਕਾਂਗਰਸ ਦੇ ਸਿੱਖਾਂ ਵਾਲਾ ਜੀ ਬੋਲ ਰਹੇ ਆ, ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਕੋਈ ਆਮ ਆਦਮੀ ਪਾਰਟੀ ਤੇ ਕੋਈ ਭਾਜਪਾ ਰਲ ਕੇ ਕੋਈ ਚਾਲ ਖੇਡ ਰਹੀਆਂ ਹੋਣ। ਦੇਖੋ ਗੱਲ ਜਿੱਥੋਂ ਤੱਕ ਦੀ ਆਪਾਂ ਕਰਦੇ ਹਾਂ ਗੁਜਰਾਤ ਦੇ ਜਿੱਤਣ ਦੀ ਜਾਂ ਹਾਰਨ ਦੀ ਜਾਂ ਹਿਮਾਚਲ ਦੀ, ਉਹ ਤਾਂ ਲੋਕਾਂ ਦਾ ਫੈਸਲਾ ਹੈ, ਉਹ ਸਾਹਮਣੇ ਆ ਜਾਣਾ, ਇਲੈਕਸ਼ਨ 'ਚ ਟਾਈਮ ਪਿਆ। ਲੇਕਿਨ ਮੇਰਾ ਕਹਿਣਾ ਇਹ ਹੈ ਕਿ ਜਿਹੜੀ ਗੱਲ ਤੇ ਆਪਾਂ ਅੱਜ ਡਿਬੇਟ ਕਰ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਕਮ ਕੀਤਾ ਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਹੈ ਜਿਹੜੀ ਉਹ ਹਰ ਦਫ਼ਤਰ ਦੇ ਵਿੱਚ ਹਰ ਸਰਕਾਰੀ ਜਗ੍ਹਾ ਤੇ ਲੱਗੇਗੀ। ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ, ਜਿਨ੍ਹਾਂ ਨੇ ਉਹਨਾਂ ਦੀ ਰਚਨਾ ਕੀਤੀ, ਤੇ ਅੱਜ ਇਹ ਪਾਰਟੀ ਉਸੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ। ਦੇਖੋ ਗੱਲ ਇਹ ਹੈ, ਮੇਰਾ ਇਹਨਾਂ ਨੂੰ ਹੁਣ ਆਮ ਆਦਮੀ ਪਾਰਟੀ ਵਾਲੇ ਨਹੀਂ ਹੈ, ਮੈਂ ਪੁੱਛਣਾ ਚਾਹੁੰਦਾ ਤੁਹਾਡੇ ਜਰੀਏ ਕਿ ਲੋਡ ਸਪਰੇਸ਼ਨ ਦੀ ਗੱਲ ਕਰਦੇ ਆ। ਹੁਣ ਜਿਹੜੇ ਐਮਐਲਏ ਹੋਰ ਪਾਰਟੀਆਂ 'ਚੋਂ ਛੱਡ ਕੇ ਇਹਨਾਂ ਦੀ ਪਾਰਟੀ ਦੇ ਵਿੱਚ ਆ ਕੇ ਐਮਐਲਏ ਬਣੇ, ਕੀ ਉਹਨਾਂ ਨੂੰ ਕਰੋੜਾਂ ਰੁਪਏ ਦਿੱਤੇ ਗਏ? ਫਿਰ ਆਏ ਉਹ ਕੀ ਕੱਲ੍ਹ ਖਰੜ ਦੇ ਵਿੱਚ ਕਈ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਈ ਐਮਸੀ ਆਮ ਆਦਮੀ ਪਾਰਟੀ ਸ਼ਾਮਲ ਹੋ ਵੀ ਰਹੇ ਹੈ, ਕੀ ਉਹਨਾਂ ਨੂੰ ਵੀ ਇਹ ਫਿਰ ਅਸੀਂ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਆਪਰੇਸ਼ਨ ਕਹੀਏ? ਸੋ ਮੇਰਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਦੇ ਐਮਐਲਏਆਂ ਦੀ ਕੋਈ ਲੋੜ ਨਹੀਂ ਹੈ। ਲੋਕਾਂ ਨੇ ਇਹਨਾਂ ਨੂੰ ਫਤਵਾ ਦਿੱਤਾ ਹੈ, ਇਹ ਆਪਦੀ ਸਰਕਾਰ ਚਲਾਉਣ। ਲੇਕਿਨ ਅਸੀਂ ਇੱਕ ਜ਼ਰੂਰ ਗੱਲ ਕਹਿੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਦੀ ਹੈ। ਲੋਕਾਂ ਦੇ ਮੁੱਦਿਆਂ ਦੇ ਉਠਾਉਣ ਵਾਸਤੇ ਹੀ ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਸੜਕਾਂ ਦੇ ਉੱਪਰ ਵਿਰੋਧ ਵੀ ਕੀਤਾ, ਕਰਾਂਗੇ ਵੀ, ਕਿਉਂਕਿ ਅੱਜ ਜਿਹੜੀ ਮੇਨ ਗੱਲ ਹੈ। ਸੋਢੀ ਸਾਹਿਬ, ਅੱਜ ਮੇਨ ਗੱਲ ਜਿਸ ਮੁੱਦੇ ਤੇ ਤੁਸੀਂ ਆ ਰਹੇ ਜ਼ਰੂਰ ਆਪਣੀ ਗੱਲ ਕਰੋ, ਉਸ ਮੇਨ ਗੱਲ ਨੂੰ ਜੋੜ ਕੇ ਮੈਂ ਕਹਿਣਾ ਚਾਹੁੰਦਾ। ਦੇਖੋ ਇੱਕ ਪਾਸੇ ਤਾਂ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ, ਤੁਹਾਡੀ ਪਾਰਟੀ ਦੇ ਨੁਮਾਇੰਦੇ ਸਦਨ ਦੇ ਅੰਦਰ ਤਾਂ ਨਹੀਂ ਗਏ, ਬਾਹਰ ਵੱਖਰੇ ਤੌਰ ਤੇ ਸੈਸ਼ਨ ਚਲਾਇਆ। ਕੀ ਵਜ੍ਹਾ ਹੋਈ ਕਿ ਸਦਨ ਦੇ ਅੰਦਰ ਜਾ ਕੇ ਕਿਉਂ ਨਹੀਂ ਗੱਲ ਕੀਤੀ ਜਾ ਸਕਦੀ ਸੀ ਬਾਹਰ ਸੈਸ਼ਨ ਚਲਾਉਣ ਦੀ ਥਾਂ? ਦੇਖੋ ਜਗਤਾਰ ਜੀ, ਮੈਂ ਇੱਕ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਸਾਡੇ 2 ਐਮਐਲਏ, ਸਾਡੇ ਮਾਨਯੋਗ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਔਰ ਜੰਗੀ ਲਾਲ ਮਹਾਜਨ ਜੀ ਅੰਦਰ ਗਏ ਸੀ। ਜੀ ਬਿਲਕੁਲ। ਉਹਨਾਂ ਨੇ ਜਾਣਸਾਰ ਇੱਕ ਮੰਗ ਰੱਖੀ ਸੀ ਕਿ ਸਾਰੇ ਪੰਜਾਬੀਆਂ ਦੀ ਨਹੀਂ ਬਲਕਿ ਸਾਰੇ ਦੇਸ਼ ਵਾਸੀਆਂ ਦੀ ਮੰਗ ਸੀ ਕਿ ਜਿਹੜਾ ਮੋਹਾਲੀ ਦਾ 에ਅਰਪੋਰਟ ਹੈ ਉਹਦਾ ਨਾਂ ਸ਼ਹੀਦੇ ਆਜਮ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦੇ ਨਾਂ ਤੇ ਰੱਖਿਆ ਜਾਵੇ। ਉਹਨਾਂ ਨੇ ਮੰਗ ਕੀਤੀ ਵੀ ਇੱਕ ਸਵਾਗਤੀ ਮਤਾ ਜਾਂ ਧੰਨਵਾਦੀ ਮਤਾ ਲਿਆਉਣਾ ਚਾਹੀਦਾ ਹੈ। ਲੇਕਿਨ ਜਿਹੜੇ ਸ਼ਹੀਦ ਭਗਤ ਸਿੰਘ ਦੀ ਸਹੁੰ ਖਾ ਕੇ ਜਾਂ ਸ਼ਹੀਦ ਭਗਤ ਸਿੰਘ ਨੂੰ ਮੰਨਣ ਵਾਲੇ ਕੱਲੀਆਂ ਪੱਗਾਂ ਬਸੰਤੀ ਰੰਗ ਬੰਨ੍ਹ ਕੇ ਨਹੀਂ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਿਆ ਜਾਂਦਾ, ਉਹ ਬਹੁਤ ਕੁਝ ਕਰਨਾ ਪੈਂਦਾ ਹੈ। ਲੇਕਿਨ ਇਹਨਾਂ ਨੇ ਉਸ ਮਤੇ ਨੂੰ ਜਾਂ ਉਸ ਧੰਨਵਾਦੀ ਮਤੇ ਨੂੰ ਲਿਆਉਣ ਤੋਂ ਵੀ ਇਨਕਾਰ ਕਰ ਦਿੱਤਾ। ਦੋਵੇਂ ਇੱਥੇ ਮੇਰੇ ਭਰਾ ਬੈਠੇ ਆ, ਧਾਰਨੀ ਸਾਹਿਬ ਬੈਠੇ ਆ, ਕਾਂਗਰਸ ਵਾਲੇ ਬੈਠੇ ਆ, ਅਸੀਂ ਸਾਰੇ ਹੀ ਚਾਹੁੰਦੇ ਸੀ
ਕਿਸੇ ਪਾਰਟੀ ਨੇ ਵਿਰੋਧ ਨਹੀਂ ਕੀਤਾ ਕਿ ਮੋਹਾਲੀ 에ਅਰਪੋਰਟ ਦਾ ਨਾਂ ਹੈ ਜਿਹੜਾ ਉਹ ਰੱਖਿਆ ਜਾਵੇ। ਲੇਕਿਨ ਇਹਨਾਂ ਨੇ ਫੜਾ ਮਾਰਨੀਆਂ ਸ਼ੁਰੂ ਕਰਤੀਆਂ ਜੀ, ਸਾਡੀ ਮਿਹਨਤ ਰੰਗ ਲਿਆਈ ਹੈ, ਸਾਡੀ ਕੋਸ਼ਿਸ਼ ਰੰਗ ਲਿਆਈ ਹੈ। ਮੈਂ ਕਹਿੰਦਾ ਜੇ ਤੁਸੀਂ ਇੰਨਾ ਹੀ ਭਗਤ ਸਿੰਘ ਨੂੰ ਮੰਨਦੇ ਹੋ ਤੇ ਫਿਰ ਅੱਜ ਉਹਦੇ ਭਗਤ ਸਿੰਘ ਦਾ ਜਿਹੜਾ ਚਲੋ 에ਅਰਪੋਰਟ ਦਾ ਨਾਂ ਰੱਖਿਆ ਹੈ, ਉਹਦੇ ਲਈ ਜੇ ਸਾਡੇ MLA ਸਾਹਿਬਾਨਾਂ ਨੇ ਮੰਗ ਕੀਤੀ ਸੀ, ਇਹਨਾਂ ਨੂੰ ਲਿਆਉਣਾ ਚਾਹੀਦਾ ਸੀ, ਧੰਨਵਾਦ ਕਰਨਾ ਚਾਹੀਦਾ ਸੀ ਪ੍ਰਧਾਨ ਮੰਤਰੀ ਦਾ। ਲੇਕਿਨ ਇਹਨਾਂ ਨੇ ਤਾਂ ਉੱਥੇ ਅੱਜ ਇੱਕ ਜੰਗ ਦਾ ਅਖਾੜਾ ਬਣਾਤਾ। ਤੁਸੀਂ ਵੀ ਦੇਖਿਆ ਕਿ ਕਿਸ ਤਰ੍ਹਾਂ ਉੱਥੇ ਜੇ ਹੁਣ ਮੰਨ ਲਓ ਕਾਂਗਰਸ ਦੇ ਜਿਹੜੇ MLA ਸੀ ਉਹ ਮੰਗ ਕਰ ਰਹੇ ਸੀ, ਉਹਨਾਂ ਨੂੰ ਹੱਕ ਹੈ ਬੋਲਣ ਦਾ। ਜੇ ਇਹ ਬੋਲ ਸਕਦੇ ਆ ਉਹ ਵੀ ਬੋਲ ਸਕਦੇ ਆ, ਕਿਸੇ ਵੀ ਪਾਰਟੀ ਵਿਰੋਧੀ ਧਿਰ ਦੇ ਜਿਹੜੇ ਲੀਡਰ ਹੁੰਦੇ ਆ ਉੱਥੇ MLA ਹੁੰਦੇ ਆ। ਲੇਕਿਨ ਜਿਸ ਤਰ੍ਹਾਂ ਦਾ ਇਹਨਾਂ ਨੇ ਉੱਥੇ ਵਰਤਾਓ ਕੀਤਾ, ਮੈਂ ਕਹਿੰਦਾ ਲੋਕਤੰਤਰ ਦੇ ਵਿੱਚ ਕੋਈ ਵੀ ਪਾਰਟੀ ਹੈ, ਕਿਸੇ ਪਾਰਟੀ ਦੀ ਸਰਕਾਰ ਹੈ, ਉਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਵਿਰੋਧੀ ਧਿਰ ਦਾ ਵੀ ਸਵਾਗਤ ਕਰਨਾ ਚਾਹੀਦਾ, ਕਿਉਂਕਿ ਲੋਕਤੰਤਰ ਦੀ ਸਭ ਤੋਂ ਇੱਕ ਵੱਡੀ ਕੜੀ ਵੀ ਹੈ ਜਿਹੜੀ ਉਹ ਵਿਰੋਧੀ ਧਿਰ ਹੁੰਦੀ ਹੈ, ਜਿਹੜੀ ਲੋਕਾਂ ਦੇ ਮੁੱਦੇ ਚੁੱਕ ਕੇ ਉਹ ਹੱਲ ਕਰਵਾਉਂਦੀ ਹੈ ਤੇ ਸੁੱਤੀ ਹੋਈ ਸਰਕਾਰ ਨੂੰ ਜਗਾਉਂਦੀ ਹੈ। ਜੀ ਬਿਲਕੁਲ ਸਹੀ ਗੱਲ ਹੈ। ਤਾਨੀ ਸਾਹਿਬ, ਇਸੇ ਮਾਮਲੇ ਤੇ ਮੈਂ ਸਵਾਲ ਤੁਹਾਡੇ ਕੋਲੋਂ ਵੀ ਲੈਣਾ ਚਾਹਾਂਗਾ। ਦੇਖੋ, ਅਕਾਲੀ ਦਲ ਦੇ ਵਿਧਾਇਕ ਵੀ ਹੈ, ਪਾਰਟਿਸਿਪੇਸ਼ਨ ਦੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਨੇ ਵੀ ਬਾਹਰ ਪ੍ਰੋਟੈਸਟ ਕੀਤਾ। ਕੀ ਵਜ੍ਹਾ ਰਹੀ ਹੈ? ਜਿੱਦਾਂ ਸੋਢੀ ਸਾਹਿਬ ਕਹਿੰਦੇ ਆ ਕਿ ਲੋਕਤੰਤਰ ਦੀ ਹੱਤਿਆ ਹੈ, ਕਾਂਗਰਸ ਵਾਲੇ ਵੀ ਕਹਿ ਰਹੇ, ਮੈਂ ਕਾਂਗਰਸ ਦੇ ਜਿਹੜੇ ਆਗੂ ਉਹਨਾਂ ਨੂੰ ਬੋਲਦਾ ਸੁਣਿਆ ਮੀਡੀਆ 'ਚ ਕਿ ਅੱਜ ਲੋਕਤੰਤਰ ਦੀ ਹੱਤਿਆ ਹੋਈ ਹੈ। ਵਿਧਾਨ ਸਭਾ ਦਾ ਸੈਸ਼ਨ ਇੱਕ ਪਵਿੱਤਰ ਸੈਸ਼ਨ, ਜਿਹੜਾ ਪਵਿੱਤਰ ਸਦਨ ਹੁੰਦਾ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜਾ ਕੇ ਆਪਣੀ ਗੱਲ ਕਹਿ ਸਕਦੇ ਆ, ਫਿਰ ਲੋਕਤੰਤਰ ਦੀ ਹੱਤਿਆ ਦੀ ਕੀ ਗੱਲ ਹੋਈ? ਉੱਥੇ ਸਦਨ ਦੇ ਅੰਦਰ ਕਿਉਂ ਨਹੀਂ ਇਹਨਾਂ ਮੁੱਦਿਆਂ ਨੂੰ ਉਠਾਇਆ ਜਾ ਸਕਦਾ? ਕਿਉਂ ਅੱਜ ਵਿਰੋਧੀ ਧਿਰਾਂ ਸਾਰੀਆਂ ਸੜਕਾਂ 'ਤੇ ਉਤਰਦੀਆਂ ਨਜ਼ਰ ਆਈਆਂ? ਜੀ ਧਾਰਨੀ ਸਾਹਿਬ। ਸਿੱਧੂ ਸਾਹਿਬ, ਗੱਲ ਇਹ ਹੈਗੀ ਹੈ ਜੀ, ਆਪਾਂ ਮਤੇ ਨੂੰ ਪਹਿਲਾਂ ਦੇਖ ਲਓ ਕਿ ਮਤਾ ਜਿਹੜਾ ਗਵਰਨਰ ਸਾਹਿਬ ਨੂੰ ਭੇਜਿਆ ਗਿਆ ਉਹਦੇ ਵਿੱਚ ਕਿਹੜੀਆਂ ਮੱਦਾਂ ਸੀ, ਕਿਹੜਾ ਉਹਦਾ ਏਜੰਡਾ ਸੀ। ਕੀ ਉਸ ਏਜੰਡੇ ਤੋਂ ਬਾਹਰ ਜੇ ਗਈ ਤਾਂ ਵਿਧਾਨਕ ਤੌਰ ਤੇ ਉਹਦੀ ਕੀ ਪ੍ਰਮਾਣਿਕਤਾ ਹੈਗੀ ਹੈ? ਸਵਾਲ ਇਹ ਹੈਗਾ ਜੀ ਕਿ ਇਹ ਇੱਕ ਨੰਬਰ ਦੀ ਝੂਠੀ ਪਾਰਟੀ ਹੈ। ਇਹਨਾਂ ਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ। ਇਹ ਲੋਕਾਂ ਦੇ ਵਿੱਚ ਦਿਖਾਵਾ ਕਰਦੇ ਫਿਰਦੇ ਆ, ਡਰਾਮਾ ਕਰਦੇ ਫਿਰਦੇ ਹੈਗੇ ਆ। ਔਰ ਮੈਂ ਡਰਾਮੇ ਦਾ ਵੀ ਕੀ, ਤੁਸੀਂ ਹੱਦ ਦੇਖੋ ਕੀ ਹੈਗੀ ਆ ਕਿ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਜ਼ੀਰੋ ਮਤਲਬ ਜਿਹੜੀ ਹੈਗੀ ਆ ਭ੍ਰਿਸ਼ਟਾਚਾਰ ਦੇ ਖਿਲਾਫ, ਭ੍ਰਿਸ਼ਟਾਚਾਰ ਜਿਹੜਾ ਹੈਗਾ ਸਾਡੇ ਰਾਜ ਦੇ ਵਿੱਚ ਰਹੂਗਾ। ਔਰ ਇਹਨਾਂ ਨੇ ਆਉਂਦੇ ਹੀ ਇੱਕ ਟੋਲ ਨੰਬਰ ਦਿੱਤਾ ਕਿ ਇਸ ਨੰਬਰ ਤੇ ਤੁਸੀਂ ਕਾਲ ਕਰੋ। ਉਸ ਦੀ ਟ੍ਰਿਬਿਊਨ ਦੀ 4-5 ਦਿਨ ਪਹਿਲਾਂ ਦੀ ਰਿਪੋਰਟ ਹੈਗੀ ਹੈ ਕਿ 3 ਲੱਖ ਐਪਲੀਕੇਸ਼ਨ ਇਹਨਾਂ ਦੀ ਰੱਦ ਹੋ ਚੁੱਕੀ ਹੈ, ਜਿਹੜੀ ਕਿਸੇ ਨੇ ਚੱਕੀ ਉਹ ਨਹੀਂ, ਉਹਨੂੰ ਦੇਖਿਆ ਵੀ ਨਹੀਂ। ਇੱਕ ਗੱਲ ਹੁਣ ਕੀ ਉਹ ਜਿਹੜੀ ਗੱਲ ਹੈਗੀ, ਅਗਲੀ ਗੱਲ ਲੋਕਾਂ ਨੂੰ ਤਾਂ ਇਹ ਕਹਿੰਦੇ ਹੈਗੇ ਆ ਕਿ ਸਾਨੂੰ ਕਾਲ ਕਰੋ ਜਾਂ ਤੁਸੀਂ ਜਿਹੜੀ ਵੀਡੀਓ ਬਣਾਓ ਸਾਨੂੰ ਦੱਸੋ, ਅਸੀਂ ਸਾਰਾ ਕੁਝ ਕਰਾਂਗੇ। ਦੂਜੇ ਪਾਸੇ केजरीवाल साहब एक बयान दिते हैं कि माफिया के कुछ लोग मेरे पास आए थे, पूछा कि क्या हो सकता है। मैं पूछदा कि उन्होंने खिलाफ वो केजरीवाल साहब ने कंप्लेनेंट बन के FIR दर्ज क्यों नहीं कराई। दूजा, सिंगला दे मामले दे विच एक एडा बड़ा ड्रामा रचिया गया कि जी उन्होंने रिश्वत मंगी है, उन्हें PA ने रिश्वत मंगी है। वो आखे मैनू जी विधान सभा मिले जी, पंजाब भवन दे मिले जी। वो चंडीगढ़ के वकूए नूं मोहाली दे विच परचा दर्ज किया गया, उस दे विच सबूत की है। मैं ये पूछदा। तीजा, लोटस ऑपरेशन जिहड़ा हैगा उस दे उत्ते एक FIR दर्ज करने वास्ते जिहड़ा हैगा भेजी गई DGP पंजाब नूं। DGP पंजाब ने वो FIR दर्ज ही नहीं की। देखो जदों कोई फास्ट इनफॉर्मेशन रिपोर्ट किसी जाती हैगी ऑफिसर को, ਉਹਦੇ ਕੋਲ 2 विकल्प हैगे आ। एक तो यह है कि FIR दर्ज करे बाद इन्वेस्टिगेशन करे, या यह है कि FIR दर्ज करे बंदे नूं अरेस्ट करे। अनोनिमस जिहड़ी हैगी आ कंप्लेंट फाइल कर दी गई हैगी आ, किसी FIR ਉਹਦੇ ਵਿੱਚ ਕਿਸੇ ਦੇ फोन नंबर नहीं दिते गए। मेरा अखीर ਦੇ ਵਿੱਚ ਇੱਕੋ क्वेश्चन हैगा कि अज बिजली के मुद्दे ते पानियां दे मुद्दे ते गल की गई। मैं पूछदा कि SYL दे उत्ते जिहड़ा हैगा आम आदमी पार्टी दा की स्टैंड जी बिल्कुल अज तक हैगा, तानी साहब कोई आया होवे। तानी साहब बिल्कुल, तानी साहब बिल्कुल जिहड़ा SYL दे मुद्दे ते खैर चलो आप जां उन्हां दी लीडरशिप ही बयान दे सकदी है, पर जिहड़ा आप वालों कहा जा रहा है कि जिस तरीके नाल भ्रिष्टाचार के मुद्दों नूं चाहे कांग्रेस आ चाहे अकाली दल दीयां सरकारां रहीआं, उन्होंने चाहे शरणजीत ढिल्लों की गल कर लीए, चाहे जनविजय सिंह सेखों की गल कर लीए, ਜਾਂ ਕੁਝ ਹੋਰ ਨਾ,
ਉਹ ਕਹਿੰਦੇ ਭ੍ਰਿਸ਼ਟਾਚਾਰ ਦੇ ਮੁੱਦੇ ਜਿਹੜੀ ਜ਼ੀਰੋ ਟੋਲਰੈਂਸ ਦੀ ਤੁਸੀਂ ਗੱਲ ਕਰਦੇ ਆ, ਉਹ ਕਹਿੰਦੇ ਅਸੀਂ ਇਹਨਾਂ ਨੂੰ ਹੱਥ ਪਾ ਰਹੇ ਹਾਂ ਤੇ ਤਾਂ ਅਕਾਲੀ ਦਲ ਤੇ ਵਿਰੋਧੀ ਤਰ੍ਹਾਂ ਸਾਡੀ ਮੁਖਾਲਫਤ ਕਰ ਰਹੀਆਂ। ਕਿਸੇ ਨਾਲ ਕੋ ਸਾਧੂ ਸਿੰਘ ਧਰਮਸੋਤ ਦਾ ਆਇਆ ਸੀ ਜੀ, ਉਹ ਜਮਾਨਤ ਤੇ ਬਾਹਰ ਆ ਚੁੱਕਿਆ। ਉਹ ਤੋਂ ਪਹਿਲਾਂ ਜਿਹੜਾ ਹੈਗਾ ਸਿੰਗਲਾ ਸਾਹਿਬ ਦਾ ਭ੍ਰਿਸ਼ਟਾਚਾਰ ਦਾ ਆਇਆ ਸੀ, ਉਹ ਵੀ ਜਮਾਨਤ ਤੇ ਬਾਹਰ ਆ ਚੁੱਕਿਆ ਹੈਗਾ ਜੀ। ਉਸ ਤੋਂ ਬਾਅਦ ਜਿਹੜੇ ਵੀ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਕੇਸਾਂ ਦੀ ਗੱਲ ਕਰਦੇ ਹੈਗੇ, ਮੈਨੂੰ ਇਹ ਤਾਂ ਦੱਸੋ ਜਿਹੜਾ ਆਸ਼ੂ ਦੇ ਨਾਲ ਇੱਕ ਡਾਇਰੈਕਟ ਆਪਣਾ ਫੂਡ ਐਂਡ ਸਪਲਾਈ ਦਾ ਜੁਆਇੰਟ ਡਾਇਰੈਕਟਰ ਸੀ, ਉਹ ਕਿੱਥੇ ਹੈਗਾ? ਜਿਹੜਾ ਪਟਿਆਲੇ ਦੇ ਵਿੱਚ ਪੰਸਪ ਦਾ ਜਿਹੜਾ ਇੰਸਪੈਕਟਰ ਸੀ, ਉਹ ਕਿੱਥੇ ਹੈਗਾ? ਭ੍ਰਿਸ਼ਟਾਚਾਰ ਦੇ ਬੰਦੇ ਆਪ ਇਹਨਾਂ ਨੇ ਬਾਹਰ ਕੱਢੇ, ਜਾਣ ਬੁੱਝ ਕੇ ਕੱਢੇ। ਇਸੇ ਤਰ੍ਹਾਂ ਜਿਹੜਾ ਹੈਗਾ ਜਿੱਥੇ ਵੀ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਗੱਲ ਹੈਗੀ ਆ, ਉਸ ਦੇ ਮਾਮਲੇ ਦੇ ਵਿੱਚ ਜਿਹੜੀਆਂ ਮਿੱਟੂ ਖੇੜਾ ਦਾ ਮਰਡਰ ਹੋਇਆ, ਉਸ ਦੇ ਬੰਦੇ ਕਿੱਥੇ ਹੈਗੇ? ਕਿਹਨੇ ਕੱਢੇ ਬਾਹਰ? ਕਿਵੇਂ ਨਿਕਲੇ ਉਹ ਬਾਹਰ? ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਨਾ ਜੀ, ਮੇਰਾ ਅਖੀਰ ਦੇ ਵਿੱਚ ਉਹੀ ਕੁਐਸਚਨ ਹੈਗਾ ਕਿ ਇਹਨਾਂ ਨੇ ਆਪਣੀ ਸਰਕਾਰ ਨੂੰ ਬਚਾਉਣ ਵਾਸਤੇ 6 ਮਹੀਨੇ ਦੇ ਲਈ ਇਹਨਾਂ ਨੇ ਤਾਂ ਵਿਧਾਨ ਸਭਾ ਦਾ ਮਤਾ ਪਾਸ ਕਰਤਾ। ਚਲੋ ਥੈਂਕ ਯੂ। ਕਿ ਲੋਕਾਂ ਨੂੰ ਕੀ ਮਿਲਿਆ? ਤੁਹਾਡਾ ਵਿਊ ਪੁਆਇੰਟ ਆ ਗਿਆ ਤਾਨੀ ਸਾਹਿਬ, ਆਪ ਦਾ ਬੁਲਾਰਾ ਚਾਹੇ ਆਪਣੀ ਡਿਬੇਟ ਸ਼ਾਮਲ ਨਹੀਂ ਹੈ, ਪਰ ਪੰਜਾਬ ਦੇ ਲੋਕ ਸੁਣ ਹੀ ਰਹੇ ਹੈ, ਜ਼ਰੂਰ ਸਵਾਲ ਪੁੱਛਣਗੇ। ਜਿਹੜਾ ਸਵਾਲ ਤੁਸੀਂ ਉਠਾ ਰਹੇ ਹੋ ਸਿੱਖਾਂ ਵਾਲਾ ਜੀ, ਜਿਸ ਮਾਮਲੇ ਤੇ ਆਪਾਂ ਗੱਲ ਛੇੜ ਰਹੇ ਹਾਂ, ਕਿਧਰੇ ਜਿਹੜਾ ਵਿਰੋਧੀ ਧਿਰ ਦੀ ਭੂਮਿਕਾ ਜਦੋਂ ਕਾਂਗਰਸ ਦੇ ਨਿਭਾਉਣ ਦੀ ਗੱਲ ਆਉਂਦੀ ਹੈ ਤਾਂ ਆਪ ਵੱਲੋਂ ਹੀ ਕਿਹਾ ਜਾਂਦਾ ਕਿ ਕਾਂਗਰਸ ਜਿਹੜੀ ਹੈ ਵਿਰੋਧੀ ਧਿਰ ਦੀ ਭੂਮਿਕਾ ਇਸ ਕਰਕੇ ਨਹੀਂ ਨਿਭਾ ਸਕਦੀ ਕਿਉਂਕਿ ਕਾਂਗਰਸ ਬਹੁਤ ਕਮਜ਼ੋਰ ਹੋ ਗਈ ਹੈ। ਇਹਦੇ ਕੁਝ ਲੋਕ ਜਿਹੜੇ ਛੱਡ ਕੇ ਭਾਜਪਾ ਚਲੇ ਗਏ ਹੈ, ਕਈਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੈ, ਇਸ ਕਰਕੇ ਕਾਂਗਰਸ ਜਿਹੜੀ ਹੈਗੀ ਨਾਕਾਮ ਹੈ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਤੋਂ, ਸਦਨ ਦੇ ਅੰਦਰ ਵੀ ਤੇ ਸਦਨ ਦੇ ਬਾਹਰ ਵੀ। ਇਹ ਆਪ ਵੱਲੋਂ ਦੋਸ਼ ਲਗਾਏ ਜਾਂਦੇ ਆ। ਦੇਖੋ ਜੀ ਸਿੱਧੂ ਸਾਹਿਬ, ਮੈਂ ਪਹਿਲਾਂ ਗੱਲ ਕਹੀ ਸੀ ਕਿ ਇਹ ਤਾਂ ਇੱਕ ਡਰਾਮੇਬਾਜ਼ ਤੇ ਗੱਪੀ ਲੋਕ ਹੈ। ਇਹ ਸਹੀ ਮਾਨਾਂ 'ਚ ਆਮ ਆਦਮੀ ਪਾਰਟੀ ਨਹੀਂ, ਗੱਪੀ ਆਦਮੀ ਪਾਰਟੀ ਹੈ, ਕਿਉਂਕਿ ਹਰੇਕ ਗੱਲ ਨੂੰ ਇਹ ਇਸ ਢੰਗ ਨਾਲ ਲਿਪਾ ਪੋਚੀ ਕਰਦੇ ਆ, ਪੇਸ਼ ਕਰਦੇ ਆ। ਹੁਣ ਅਸਲ ਮੁੱਦਾ ਤਾਂ ਇਹ ਸੀ, ਜਿਹੜੇ ਮੁੱਦੇ ਪੰਜਾਬ ਨਾਲ ਸੰਬੰਧਿਤ ਸੀ ਉਹਨਾਂ ਦੀ ਇੱਕ ਲਿਸਟ ਸਾਡੇ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੱਲ ਸ਼ਾਮ ਨੂੰ ਹੀ ਮਾਨਯੋਗ ਸਪੀਕਰ ਸਾਹਿਬ ਨੂੰ ਭੇਜਤੀ ਸੀ ਕਿ ਇਹਦੇ ਨਾਲ ਅਸੀਂ ਆਹ ਮੁੱਦਿਆਂ ਤੇ ਵੀ ਗੱਲ ਕਰਾਂਗੇ। ਔਰ ਉਹਦੇ ਨਾਲ ਇਹ ਹੈ ਕਿ ਇੱਕ ਮੁੱਦਾ ਵੱਡਾ ਇਹ ਵੀ ਸੀ, ਜਿਹੜਾ ਮੁੱਖ ਮੰਤਰੀ ਸਾਹਿਬ ਨੂੰ ਸ਼ਰਾਬ ਪੀਤੀ ਹੋਣ ਕਰਕੇ ਲਫਤਾਂਸਾ 에ਅਰਲਾਈਨਸ ਵਾਲਿਆਂ ਨੇ ਜਹਾਜ਼ ਤੋਂ ਉਤਾਰਿਆ, ਉਹਦੇ ਨਾਲ ਪੰਜਾਬ ਦੀ ਕਿੰਨੀ ਵੱਡੀ ਕਿਰਕਰੀ ਹੋਈ ਹੈ। ਔਰ ਉਹ ਮੁੱਦਾ ਵੀ ਸੀ। ਉਹਦੇ ਨਾਲ ਇੱਕ ਜਿਹੜਾ ਇਹਨਾਂ ਨੇ ਕਿਹਾ ਸੀ ਵੀ 1000 ਰੁਪਈਆ ਬੀਬੀਆਂ ਨੂੰ ਅਸੀਂ ਦਿਆਂਗੇ ਮਹੀਨੇ ਦਾ, ਉਹ ਹਲੇ ਤੱਕ ਨਹੀਂ ਦਿੱਤਾ, ਉਹ ਵੀ ਇੱਕ ਮੁੱਦਾ ਸੀ। ਜਿਹੜਾ ਮੂੰਗੀ ਤੇ MSP ਦੇਣ ਦੀ ਗੱਲ ਸੀ, ਉਹ ਵੀ ਇੱਕ ਮੁੱਦਾ ਸੀ। ਇੱਕ ਜਿਹੜੇ ਸਾਡੇ ਕਿਸਾਨ ਵੀਰਾਂ ਦਾ ਹੋਣਾ ਬੇਮੌਸਮੀ ਬਾਰਿਸ਼ ਹੋਈ ਹੈ, ਇਹਦੇ ਨਾਲ ਨੁਕਸਾਨ ਹੋਇਆ, ਇਹਦੀ ਸਪੈਸ਼ਲ ਗਰਦੌਰੀ ਕਰਾ ਕੇ ਉਹਨੂੰ ਮੁਆਵਜ਼ਾ ਦੇਣ ਦੀ ਗੱਲ ਸੀ, ਉਹ ਵੀ ਇੱਕ ਮੁੱਦਾ ਸੀ। ਔਰ ਉਹਦੇ ਨਾਲ ਜਿਹੜਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਮਾਈਨਿੰਗ ਪਾਲਿਸੀ ਬਣਾਵਾਂਗੇ ਜਿਹਦੇ ਨਾਲ ਕਰੋੜਾਂ ਰੁਪਏ ਦਾ ਫਾਇਦਾ ਹੋਊਗਾ ਪੰਜਾਬ ਨੂੰ। ਪਰ ਮਾਈਨਿੰਗ ਪਾਲਿਸੀ ਇੰਨੀ ਬੁਰੀ ਤਰ੍ਹਾਂ ਫੇਲ ਹੋਈ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਨਿਰਮਾਣ ਸਮੱਗਰੀ ਮਿਲ ਨਹੀਂ ਰਹੀ, ਜਿਹੜੀ ਰੇਤਾ ਬਜਰੀ ਹੈ ਉਹ ਮਿਲ ਨਹੀਂ ਰਹੀ ਤੇ ਮਜ਼ਦੂਰਾਂ ਦੀ ਦਿਹਾੜੀ ਨਹੀਂ ਲੱਗ ਰਹੀ। ਤੇ ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਪਹਿਲਾਂ ਇਕੱਲੇ ਕਿਸਾਨ ਆਤਮ ਹੱਤਿਆ ਕਰਦੇ ਹੁੰਦੇ ਸੀ, ਹੁਣ ਪੰਜਾਬ ਦੇ ਵਿੱਚ ਮਜ਼ਦੂਰ ਵੀ ਆਤਮ ਹੱਤਿਆ ਕਰਨ ਲੱਗ ਪਏ ਕਿਉਂਕਿ ਉਹਨਾਂ ਦੀ ਦਿਹਾੜੀ ਨਹੀਂ ਲੱਗਦੀ, ਵਿਹਲੇ ਬੈਠੇ ਆ ਵਿਚਾਰੇ। ਔਰ ਉਹਦੇ ਨਾਲ ਜਿਹੜੀ ਸਾਡੀ ਮਾਈਨਿੰਗ ਹੈ, ਮਾਈਨਿੰਗ ਦੇ ਦੌਰਾਨ ਜਿਸ ਤਰ੍ਹਾਂ ਪਠਾਨਕੋਟ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਪੁਲ ਡਿੱਗਿਆ ਤੇ ਸਾਡੀ ਜਿਹੜੀ ਸੁਰੱਖਿਆ ਫੋਰਸ ਹੈ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਗੁਹਾਰ ਲਗਾਈ ਹੈ ਕਿ ਇਹਨਾਂ ਦੀ ਜਿਹੜੀ ਮਾਈਨਿੰਗ ਹੈ, ਗੈਰ ਕਾਨੂੰਨੀ ਮਾਈਨਿੰਗ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਹੈ, ਉਹਦੇ ਕਰਕੇ ਸਾਡੀ ਜਿਹੜੀ ਨੈਸ਼ਨਲ ਸਿਕਿਉਰਿਟੀ ਹੈ ਉਹਨੂੰ ਖਤਰਾ ਪੈਦਾ ਹੋ ਗਿਆ। ਸਿੱਖਾਂ ਵਾਲੇ ਜੀ ਬਿਲਕੁਲ ਠੀਕ ਹੈ। ਦੇਖੋ ਜਿਹੜੇ ਵੱਡੇ ਮੁੱਦਿਆਂ ਨੂੰ ਇਹ ਢੱਕਣ ਦੇ ਵਾਸਤੇ, ਜਿਵੇਂ ਪਹਿਲਾਂ ਗੱਲ ਕੀਤੀ ਗਈ, ਮੇਰੀ ਗੱਲ ਪੂਰੀ ਹੋ ਲੈਂਦੇ ਜੀ। ਜਿਵੇਂ ਇਹਨਾਂ ਨੇ ਕਿਹਾ ਸੀ ਅਸੀਂ ਸਿਕਿਉਰਿਟੀ ਨਹੀਂ ਲਵਾਂਗੇ, ਅਸੀਂ ਸਰਕਾਰੀ ਕੋਠੀ ਨਹੀਂ ਲਵਾਂਗੇ, ਅਸੀਂ ਅੱਧੀ ਤਨਖਾਹ ਲਵਾਂਗੇ। ਔਰ ਅੱਜ ਇਹ ਜਿਹੜੀ ਗੁੰਡਾਗਰਦੀ, ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ, ਲਾਅ ਐਂਡ ਆਰਡਰ ਦੀ ਪੋਜੀਸ਼ਨ 2 ਸਟੇਜਾਂ ਤੇ ਮਾੜੀ ਹੋਈ ਹੈ ਜੀ। ਇੱਕ ਤਾਂ ਉਹ ਕਿ ਜਿਹੜੇ ਗੁੰਡਾ ਅਨਸਰ ਇੱਥੇ ਪੰਜਾਬ ਦੇ ਵਿੱਚ, ਇੱਕ ਮਿੰਟ ਗੱਲ ਹੋ ਲੈਂਦੇ ਜੀ ਪੂਰੀ, ਗੁੰਡਾ ਅਨਸਰਾਂ ਵੱਲੋਂ ਜਿਹੜਾ ਪੰਜਾਬ ਦੇ ਵਿੱਚ ਸਰਗਰਮ ਹੋ ਕੇ ਔਰ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਇੱਕ ਤਾਂ ਉਹ ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈ। ਦੂਸਰੀ ਲਾਅ ਐਂਡ ਆਰਡਰ ਦੀ ਪੋਜੀਸ਼ਨ ਉਹ ਖਰਾਬ ਹੋਈ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈ ਕੇ ਗੁੰਡਾਗਰਦੀ ਕਰ ਰਹੇ ਆ। ਸਿੱਖਾਂ ਵਾਲਾ ਜੀ ਬਿਲਕੁਲ ਤੁਹਾਡਾ ਘਟਨਾਵਾਂ ਸਾਹਮਣੇ ਆ ਰਹੀਆਂ, ਕਿਤੇ DCP ਦੇ ਗੱਲ 'ਚ ਹੱਥ ਪਾ ਰਿਹਾ, ਕਿਤੇ DC ਦੇ ਗਲ 'ਚ ਹੱਥ ਪਾ ਰਿਹਾ। ਤੁਹਾਡਾ ਵਿਊ ਪੁਆਇੰਟ ਆ ਗਿਆ। ਕਰਮਚਾਰੀ ਆ ਉਹਨਾਂ ਨੂੰ, ਤੇ ਇਹ ਬਹੁਤ ਵੱਡੀ ਗੁੰਡਾਗਰਦੀ ਵਾਲੀ ਗੱਲ ਹੈ। ਤੁਹਾਡਾ ਵਿਊ ਪੁਆਇੰਟ ਆ ਗਿਆ। ਸਿੱਖਾਂ ਵਾਲਾ ਜੀ ਦੇਖੋ, ਪਰ ਇਹ ਉਸ ਮਸਲੇ ਤੋਂ ਭਟਕ ਗਏ, ਇਹਨਾਂ ਕੋਲ ਜਵਾਬ ਹੈ ਨਹੀਂ ਇਹਨਾਂ ਗੱਲਾਂ ਦਾ। ਜੀ ਜਿੱਦਾਂ ਸਿੱਖਾਂ ਵਾਲਾ ਜੀ ਬਿਲਕੁਲ ਜੀ, ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਆਪਦੇ ਬੁਲਾਰੇ ਹੁੰਦੇ ਤਾਂ ਉਸ ਮੁੱਦੇ ਦਾ ਜਵਾਬ ਦੇ ਸਕਦੇ ਆ, ਪਰ ਜਿਸ ਮਾਮਲੇ ਨੂੰ ਲੈ ਕੇ ਚਰਚਾ ਜਿਹੜੀ ਮੈਂ ਮੀਡੀਆ ਸੁਣ ਰਿਹਾ ਉਹ ਇਹ ਵੀ ਕਹਿ ਰਿਹਾ
ਕਿ ਦੂਸ਼ਣਬਾਜ਼ੀ ਕਰਦੀ ਹੈ ਕਾਂਗਰਸ, ਜਿਹੜੀ ਕਿ ਜਦੋਂ ਮੁੱਦਿਆਂ ਦੀ ਗੱਲ ਹੁੰਦੀ ਹੈ, ਮੁੱਦਿਆਂ ਤੇ ਸਪੀਕਰ ਕਹਿੰਦਾ ਕਿ ਅਸੀਂ ਤਾਂ ਲੰਬਾ ਸਮਾਂ ਬਹਿਸ ਕਰਨ ਲਈ ਤਿਆਰ ਹਾਂ, ਆਪ ਇਸ ਦੇ ਲਈ ਸਮਾਂ ਕੱਢੇ, ਵਿਰੋਧੀ ਧਿਰ ਸਮਾਂ ਕੱਢੇ ਦੇ ਲਈ। ਨਹੀਂ, ਅਸੀਂ ਤਾਂ ਇਹ ਮੁੱਦੇ ਲਿਖ ਕੇ ਦਿੱਤੇ ਸੀ ਜੀ, ਅਸੀਂ ਇਹ ਮੁੱਦਿਆਂ ਤੇ ਡਿਬੇਟ ਕਰਨ ਦੇ ਲਈ ਤਿਆਰ ਸੀ, ਪਰ ਉਸ ਤੋਂ ਪਹਿਲਾਂ ਹੀ ਇੱਕ ਗੈਰ ਸੰਵਿਧਾਨਕ ਤਰੀਕੇ ਦੇ ਨਾਲ ਇਹਨਾਂ ਨੇ ਦੁਬਾਰਾ ਫੇਰ ਉਹੀ ਸ਼ਰਾਰਤ ਕੀਤੀ। ਉਹੀ ਗੱਲ ਜਿਹੜੀ ਮੈਂ ਕਹੀ ਹੈ ਕਿ ਆਪਣੇ ਆਪ ਨੂੰ ਕਾਨੂੰਨ ਤੋਂ ਉੱਪਰ ਰੱਖ ਕੇ, ਕਾਨੂੰਨ ਨੂੰ ਛਿੱਕੇ ਟੰਗ ਕੇ ਉਹੀ ਇਹ ਦੁਬਾਰਾ ਫੇਰ ਵਿਸ਼ਵਾਸ ਮਤ ਲੈ ਕੇ ਆਏ। ਜਿਹੜੀ ਗੱਲ ਦਾ ਗਵਰਨਰ ਸਾਹਿਬ ਨੇ ਮਨਾ ਕੀਤਾ ਸੀ, ਸਾਡੇ ਰਾਜਪਾਲ ਸਾਹਿਬ ਨੇ ਮਨਾ ਕੀਤਾ ਸੀ, ਔਰ ਉਹਨੂੰ ਇਹਨਾਂ ਨੇ ਸਾਡੇ ਜਿਹੜਾ ਸਦਨ ਹੈ, ਪਵਿੱਤਰ ਸਦਨ, ਉਹਨੂੰ ਮਜ਼ਾਕ ਦਾ ਪਾਤਰ ਬਣਾ ਕੇ ਰੱਖਤਾ ਹੈ। ਸਾਡੇ ਰਾਜਾ ਵੜਿੰਗ ਜੀ ਨੇ ਵੀ ਕਿਹਾ ਵੀ ਇਹਨਾਂ ਤੇ ਇਸ ਗੱਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਔਰ ਰਾਜਪਾਲ ਸਾਹਿਬ ਨੂੰ ਚਾਹੀਦਾ ਹੈ ਕਿ ਇਹ ਵਿਧਾਨ ਸਭਾ ਨੂੰ ਭੰਗ ਕਰਨ। ਤੁਹਾਡਾ ਵਿਊ ਪੁਆਇੰਟ ਆ ਗਿਆ ਸੋਢੀ ਸਾਹਿਬ। ਜਿਸ ਮਾਮਲੇ ਤੇ ਸਦਨ ਦੀ ਗੱਲ ਜ਼ਰੂਰ ਹੈ, ਜਿਸ ਤਰੀਕੇ ਦੇ ਨਾਲ ਆਪ ਵੱਲੋਂ ਸਦਨ ਦੇ ਅੰਦਰ, ਔਰ ਸਦਨ ਤੋਂ ਪਹਿਲਾਂ ਵੀ ਬਹੁਤ ਵੱਡਾ ਸਵਾਲ ਇਹ ਖੜਾ ਕੀਤਾ ਗਿਆ, ਆਪਰੇਸ਼ਨ ਲੋਟਸ ਦੀ ਗੱਲ ਕੀਤੀ ਗਈ ਔਰ ਭਾਜਪਾ ਦੇ ਪ੍ਰਭਾਵ ਦੀ ਗੱਲ ਕੀਤੀ ਜਾ ਰਹੀ ਕਿ ਕਿਸ ਤਰੀਕੇ ਨਾਲ ਭਾਜਪਾ ਜਿਹੜੀ ਹੈਗੀ ਹੈ ਸਰਕਾਰ ਨੂੰ ਡੇਗਣਾ ਚਾਹੁੰਦੀ ਹੈ। ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਜਿਹੜੀ ਭਾਜਪਾ ਹੈਗੀ ਹੈ ਕੋਈ ਮਜ਼ਬੂਤ ਮੁਹਿੰਮ ਦੇ ਤੌਰ ਤੇ ਜਿਹੜਾ ਹੈਗਾ ਪੰਜਾਬ 'ਚ ਵਿਚਰਨ ਜਾ ਰਹੀ ਹੈ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ, ਕਿਉਂਕਿ ਆਪ ਵੱਲੋਂ ਲਗਾਤਾਰ ਖਦਸ਼ਾ ਇਸ ਗੱਲ ਦਾ ਪ੍ਰਗਟਾਵਾ ਕੀਤਾ ਜਾ ਰਿਹਾ, ਮੁੱਦਿਆਂ ਦੀ ਗੱਲ ਹੈਗੀ ਹੈ ਕਿ ਜਾਂ ਰਾਜਸੀ ਡਰਾਮੇਬਾਜ਼ੀ ਹੈ ਜਿਵੇਂ ਵਿਰੋਧੀ ਤਰ੍ਹਾਂ ਆਖਦੀ ਹੈ? ਦੇਖੋ ਜਗਤਾਰ ਜੀ, ਮੇਰਾ ਕਹਿਣਾ ਇਹ ਹੈ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਆਮ ਆਦਮੀ ਪਾਰਟੀ ਇੱਕ ਪਹਿਲੀ ਸਰਕਾਰ ਦੇਖੀ ਹੈ ਜਿਹੜੀ ਇੰਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜਿਹਦਾ ਲੋਕਾਂ ਤੋਂ ਮੋਹ ਭੰਗ ਹੋ ਗਿਆ ਹੋਵੇ। ਇਹ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਖਾਤਰ, ਆਪਣੀਆਂ ਨਲਾਇਕੀਆਂ ਨੂੰ ਛੁਪਾਉਣ ਖਾਤਰ ਇਹ ਸਾਰੇ ਜਿਹੜੇ ਜਿਸ ਤਰ੍ਹਾਂ ਦੇ ਇਹ ਛੜਯੰਤਰ ਰਚੇ ਜਾ ਰਹੇ ਨੇ, ਇਹ ਲੋਕਾਂ ਤੋਂ ਹੁਣ ਡਰਦੇ ਨੇ। ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਜਿਹੜੇ MLA ਉਹਨਾਂ ਦਾ ਘਰਾਓ ਹੋਣ ਲੱਗ ਗਿਆ, ਇਹਨਾਂ ਦੇ ਮੰਤਰੀਆਂ ਦਾ ਘਰਾਓ ਹੋਣ ਲੱਗ ਪਿਆ। ਹੁਣ ਗੱਲ ਇਹ ਹੈ ਕਿ ਲੋਕਾਂ ਨਾਲ ਜਿਹੜੇ ਵਾਅਦੇ ਐਡੇ ਵੱਡੇ ਕਰ ਲਏ ਉਹ ਪੂਰੇ ਨਹੀਂ ਹੁੰਦੇ। ਤੁਸੀਂ ਇਹਦਾ ਸੋਢੀ ਸਾਹਿਬ ਦੇਖੋ, ਆਈਐਮ ਸੌਰੀ ਵਿੱਚੋਂ ਟੋਕਣ ਲੱਗਿਆ, ਉਹ ਕਹਿੰਦੇ ਕਿ ਵਿਰੋਧੀ ਤਰ੍ਹਾਂ ਜਾਣਬੁੱਝ ਕੇ ਇਦਾਂ ਦੀਆਂ ਗੱਲਾਂ ਕਰਵਾ ਰਹੀਆਂ। ਉਹ ਕਹਿੰਦੇ ਕੋਈ ਸਮਾਂ ਸੀਗਾ ਜਦੋਂ ਇਸ ਤਰੀਕੇ ਨਾਲ ਭਾਜਪਾ ਦੇ ਵਿਧਾਇਕਾਂ ਦੇ, ਭਾਜਪਾ ਦੇ ਆਗੂਆਂ ਦਾ ਵੀ ਘਰਾਓ ਹੁੰਦਾ ਸੀ, ਕਹਿੰਦੇ ਵਿਰੋਧੀ ਧਿਰਾਂ ਹੀ ਹੈਗੀਆਂ ਜਿਹੜੀਆਂ ਪੰਜਾਬ ਦੇ 'ਚ ਇੱਦਾਂ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ। ਨਹੀਂ, ਮੇਰਾ ਕਹਿਣਾ ਇਹ ਹੈ, ਦੇਖੋ ਜਿਹੜੀ ਵਿਰੋਧੀ ਪਾਰਟੀ ਹੁੰਦੀ ਹੈ, ਮੈਂ ਪਹਿਲਾਂ ਵੀ ਕਹੀ ਹੈ ਕਿ ਲੋਕਤੰਤਰ ਦੇ ਵਿੱਚ ਵਿਰੋਧੀ ਪਾਰਟੀ ਨੇ ਲੋਕਾਂ ਦੇ ਮੁੱਦੇ ਚੁੱਕਣੇ ਹੁੰਦੇ ਹੈ, ਔਰ ਸਰਕਾਰ ਜਿੱਥੇ ਫੇਲ ਸਾਬਤ ਹੁੰਦੀ ਹੈ ਸਰਕਾਰ ਨੂੰ ਜਗਾਉਣਾ ਹੁੰਦਾ ਹੈ। ਹੁਣ ਗੱਲ ਆਪਾਂ ਇਸ ਵਿਸ਼ੇ ਤੇ ਮੈਂ ਕਰਨ ਲੱਗਿਆ ਕਿ ਤੁਸੀਂ ਵੇਖੋ ਕਿ ਜਿਹੜੇ ਭਗਵੰਤ ਮਾਨ ਜੀ ਇਹ ਕਹਿੰਦੇ ਸੀ ਕਿ ਜਦੋਂ ਕਿਸੇ ਕਿਸਾਨ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਕੁਦਰਤੀ ਆਫਤ ਨਾਲ, ਗਿਰਦਾਵਰੀ ਦੀ ਲੋੜ ਹੀ ਨਹੀਂ, ਸਿੱਧੇ ਪੈਸੇ ਖਾਤੇ ਦੇ ਵਿੱਚ ਆ ਜਾਣੇ ਚਾਹੀਦੇ ਆ। ਅੱਜ ਤੁਸੀਂ ਦੇਖੋ ਕਿ ਗੁਲਾਬੀ ਸੁੰਡੀ ਦੇ ਨਾਲ ਨਰਮਾ ਜਿਹੜਾ ਸੀ ਆ ਕਿੰਨਾ ਖਰਾਬ ਹੋ ਗਿਆ, ਮਾਲਵੇ ਦੇ ਵਿੱਚ ਨਰਮਾ ਲੋਕਾਂ ਨੇ ਵਾਹਿਆ। ਤੁਸੀਂ ਮੈਨੂੰ ਦੱਸੋ, ਇੱਕ ਇਕੱਲਾ ਫੋਟੋ ਸੈਸ਼ਨ ਤੋਂ ਇਲਾਵਾ ਕੋਈ ਇਹਨਾਂ ਨੇ ਉਹਨਾਂ ਦੀ ਮੁੜ ਕੇ ਸਾਰ ਲਈ ਹੈ? ਫਿਰ ਇਹਨਾਂ ਨੇ ਕਿਹਾ ਕਿ 1500 ਰੁਪਈਆ ਅਸੀਂ ਸਿੱਧਾ ਜਿਹੜੀ ਬਿਜਾਈ ਝੋਨੇ ਦੀ ਹੋਊਗੀ ਅਸੀਂ ਉਹ ਕਿਸਾਨ ਨੂੰ ਦੇਵਾਂਗੇ। ਝੋਨਾ ਤਾਂ ਮੰਡੀਆਂ 'ਚ ਆ ਗਿਆ ਤੇ ਪੈਸੇ ਇਹਨਾਂ ਨੇ ਹਜੇ ਤੱਕ ਨਹੀਂ ਦਿੱਤੇ। ਤਾਂ ਮੇਰਾ ਕਹਿਣਾ ਇਹ ਹੈ ਕਿ ਵਿਰੋਧੀ ਧਿਰ ਨੇ ਹੁਣ ਇਹ ਮੁੱਦੇ ਚੁੱਕਣੇ ਹੀ ਹੈ। ਜੇ ਵਿਰੋਧੀ ਧਿਰ ਲੋਕਾਂ ਦੇ ਮੁੱਦੇ ਨਹੀਂ ਚੁੱਕੂਗੀ ਜਾਂ ਵਿਰੋਧੀ ਧਿਰ ਲੋਕਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੀਆਂ ਗੱਲਾਂ ਨਹੀਂ ਕਰੂਗੀ ਉਹਨਾਂ ਦੇ ਮੁੱਦਿਆਂ ਦੀਆਂ, ਤੇ ਫਿਰ ਵਿਰੋਧੀ ਧਿਰ ਦਾ ਮੈਂ ਕਹਿਣਾ ਕਿ ਨਾਕਾਮਯਾਬ ਹੋਣਾ ਠੀਕ ਨਹੀਂ ਹੈ। ਸੋ ਮੇਰਾ ਕਹਿਣਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਝੂਠਾਂ ਦੀ ਸਰਕਾਰ ਹੈ। ਔਰ ਦੂਜੀ ਗੱਲ ਮੈਂ ਕਹਿਣਾ ਕਿ ਦੇਖੋ, ਮੈਂ ਪਹਿਲੀ ਸਰਕਾਰ ਵੇਖੀ ਹੈ, ਚਲੋ ਵਿਰੋਧੀ ਧਿਰ ਦੀ ਤਾਂ ਆਪਾਂ ਗੱਲ ਮੰਨ ਲੈਂਦੇ ਕਿ ਵਿਰੋਧੀ ਧਿਰ ਨੇ ਫਟਕਾਰ ਪਾਉਣੀ ਹੁੰਦੀ ਹੈ। ਹਾਈ ਕੋਰਟ ਤੋਂ ਚਾਹੇ ਉਹ ਸ਼ਰਾਬ ਦੀ ਨੀਤੀ ਹੋਈ ਉੱਥੇ ਵੀ ਫਟਕਾਰ ਪਈ, ਚਾਹੇ ਮੈਨਿੰਗ ਦੇ ਮਾਮਲੇ ਦੇ ਉੱਤੇ ਉੱਥੇ ਵੀ ਫਟਕਾਰ ਪਈ, ਈਵਨ ਕਿ ਜੇਲ੍ਹਾਂ ਪ੍ਰਤੀ ਵੀ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਕਿ ਜੇ ਉੱਥੋਂ ਜੇਲ੍ਹਾਂ ਦੀ ਸੁਰੱਖਿਆ ਨਹੀਂ ਹੁੰਦੀ ਤੇ ਫਿਰ ਤੁਸੀਂ ਐਂ ਕਰੋ ਕੇਂਦਰ ਨੂੰ ਸਮਾ ਦਿਓ। ਤੁਸੀਂ ਦੱਸੋ ਵੀ ਕਿਹੜਾ ਮੁੱਦਾ ਜਿਹੜਾ ਲੈ ਕੇ ਆਉਂਦੇ ਆ ਇਹ ਉਹ ਫਿਰ ਵਾਪਸ ਕਰ ਲੈਂਦੇ ਆ, ਔਰ ਕਿਹੜਾ ਮੁੱਦਾ ਜਿਹੜੇ ਮੁੱਦੇ ਤੇ ਹਾਈ ਕੋਰਟ ਨੇ ਝਾੜ ਨਹੀਂ ਪਾਈ। ਤੇ ਫਿਰ ਜੇ ਹਾਈ ਕੋਰਟ ਤੋਂ ਝਾੜਾਂ ਪਈਆਂ ਨੇ ਤੇ ਫਿਰ ਵਿਰੋਧੀ ਧਿਰਾਂ ਨੇ ਤਾਂ ਫਿਰ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨੀ ਹੈ। ਜੀ ਸੋਢੀ ਸਾਹਿਬ, ਜਿਹੜਾ ਮੈਂ ਬਾਕੀ ਮਹਿਮਾਨਾਂ ਤੋਂ ਸਵਾਲ ਲੈਣਾ, ਇੱਕ ਸਵਾਲ ਕਿਉਂਕਿ ਤੁਸੀਂ ਆਪ ਮਾਲਵਾ ਨਾਲ ਸੰਬੰਧ ਰੱਖਦੇ ਹੋ, ਵੱਡਾ ਸਵਾਲ ਹੈ ਜੀ ਤੁਸੀਂ ਗੱਲ ਕਰ ਰਹੇ ਹੋ, ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਹੋਰ ਇਹਦੇ ਸਵਾਲ ਲੈਣਾ ਚਾਹਾਂਗਾ। ਉਹ ਜਿਸ ਤਰੀਕੇ ਨਾਲ ਨਰਮਾ ਜਿਹੜਾ ਹੈਗਾ ਉਹਦਾ ਬੁਰਾ ਹਾਲ ਹੋਇਆ, ਬਰਬਾਦ ਹੋਈ ਆ ਫਸਲ, ਕੀ ਲੱਗਦਾ ਕਿ ਸਰਕਾਰ ਵੱਲੋਂ ਉਹਦੇ 'ਤੇ ਮੁਆਵਜ਼ੇ ਦੀ ਗੱਲ ਜਾਂ ਕੋਈ ਪੜਤਾਲ ਦੀ ਗੱਲ ਜਾਂ ਗਿਰਦਾਵਰੀਆਂ ਦੀ ਗੱਲ ਕੋਈ ਗੱਲ ਸਿਰੇ ਲਾਈ ਗਈ ਹੈ? ਕਿਉਂਕਿ ਹੁਣ ਤਾਂ ਫਸਲ ਹੀ ਖਤਮ ਹੋਣ ਦੇ ਕਿਨਾਰੇ 'ਤੇ ਪਹੁੰਚ ਗਈ ਹੈ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੇ ਇਹਨਾਂ ਨੇ ਪਰਾਲੀ ਤੇ ਗੱਲ ਕੀਤੀ ਅਸੀਂ 1000 ਰੁਪਈਆ ਦੇਵਾਂਗੇ, 1500 ਕੇਂਦਰ ਤੋਂ ਮੰਗਣ ਲੱਗ ਗਏ, ਉਹ 1000 ਰੁਪਏ ਤੋਂ ਵੀ ਭੱਜ ਗਏ। ਦੂਜੀ ਗੱਲ, ਅੱਜ ਘੱਟੋ ਘੱਟ 2.5 ਮਹੀਨੇ ਹੋ ਗਏ ਨੇ ਇਹਨਾਂ ਦਾ ਖੇਤੀਬਾੜੀ ਮੰਤਰੀ ਤਲਵੰਡੀ ਇਲਾਕੇ 'ਚ ਜਾ ਕੇ ਆਇਆ ਉੱਥੇ ਦਮਦਮਾ ਸਾਹਿਬ, ਔਰ ਉਹ ਕਹਿ ਕੇ ਆਇਆ ਕਿ ਅਸੀਂ ਕਾਰਵਾਈ ਕਰਾਂਗੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਜਾਲੀ ਬੀਜ ਵੇਚਿਆ, ਜਿਨ੍ਹਾਂ ਨੇ ਜਾਲੀ ਦਵਾਈਆਂ ਲਿਆਂਦੀਆਂ। ਤੁਸੀਂ ਮੈਨੂੰ ਦੱਸੋ ਵੀ ਪੰਜਾਬ ਦੇ ਵਿੱਚ ਕਿਸੇ ਇੱਕ ਵੀ ਨਕਲੀ ਦਵਾਈ ਵਾਲੇ ਤੇ
ਨਕਲੀ ਵੀ ਵਾਲੇ ਤੇ ਇਹਨਾਂ ਨੇ ਕੋਈ ਕਾਰਵਾਈ ਕੀਤੀ ਹੈ? ਮੈਂ ਪਹਿਲਾਂ ਵੀ ਕਿਹਾ ਕਿ ਕੱਲਾ ਫੋਟੋ ਸੈਸ਼ਨ ਕਰਾਉਣ ਗਏ ਸੀ, ਇਹਨਾਂ ਨੇ ਨਾ ਹਜੇ ਤੱਕ ਕੋਈ ਗਿਰਦਾਵਰੀ ਦੇ ਹੁਕਮ ਕੀਤੇ ਹੈ, ਕਿਉਂਕਿ ਗਿਰਦਾਵਰੀ ਤਾਂ ਇਹਨਾਂ ਦੇ ਮੁੱਖ ਮੰਤਰੀ ਨੇ ਕਹਿ ਦਿੱਤਾ ਸੀ ਕਿ ਕਰਨ ਦੀ ਲੋੜ ਹੀ ਨਹੀਂ ਹੈ। ਤਾਂ ਇਸ ਕਰਕੇ ਮੇਰਾ ਕਹਿਣਾ ਇਹ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਝੂਠਾਂ ਦੀ ਪਾਰਟੀ ਹੈ, ਇਹਨਾਂ ਤੋਂ ਵੱਡਾ ਗੱਪੀ ਕੋਈ ਹੋ ਹੀ ਨਹੀਂ ਸਕਦਾ। ਤੁਹਾਡਾ ਵਿਊ ਬਣਾ ਗਿਆ ਸੁਰਜੀਤ ਸਾਹਿਬ, ਤੁਹਾਡਾ ਦਾਵਾ ਆਪਣੀ ਜਗ੍ਹਾ ਤੇ ਜੀ। ਕਾਂਗਰਸ ਪਾਰਟੀ ਦੇ ਬੁਲਾਰੇ ਵੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਆ। ਸਿੱਖਾਂ ਵਾਲਾ ਜੀ, ਇੱਕ ਅਹਿਮ ਸਵਾਲ ਜਦੋਂ ਆਪਾਂ ਗੱਲ ਕਰਦੇ ਹਾਂ ਪਰਾਲੀ ਦੇ ਮੁੱਦੇ ਦੀ, ਦੇਖੋ ਪਰਾਲੀ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਵੀ ਲਿਆਉਣ ਦੇ ਲਈ ਚਰਚਾ 'ਚ ਹੋਈ ਹੈ। ਪਿਛਲੇ ਸਮੇਂ 'ਚ ਇਹ ਕਿਹਾ ਗਿਆ ਕਿ ਕੇਂਦਰ ਸਰਕਾਰ ਜਿਹੜੀ ਹੈਗੀ ਉਹਦਾ ਪੈਸਾ ਦੇਵੇ, ਦਿੱਲੀ ਪੈਸਾ ਦੇਗੀ ਤੇ ਪੰਜਾਬ ਪੈਸਾ ਦੇਗਾ। ਹੁਣ ਕੀ ਲੱਗਦਾ ਕਿ ਕਿਹਦੀ ਵਜ੍ਹਾ ਕਰਕੇ ਪਰਾਲੀ ਦੀ ਗੱਲ ਜਿਹੜੀ ਵਿਗੜੀ ਹੈ? ਕਿਉਂਕਿ ਹੁਣ ਤਾਂ ਫਸਲ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ, ਕਿਸਾਨ ਤਾਂ ਨਹੀਂ ਲਾਉਣਗੇ। ਮੈਂ ਇੱਥੇ ਇੱਕ ਗੱਲ ਜੀ ਸੁਰਜੀਤ ਸਾਹਿਬ, ਮੈਂ ਮਾਫੀ ਚਾਹੂੰਗਾ ਆਪਣੇ ਸਿੱਖਾਂ ਵਾਲਾ ਤੋਂ। ਜਗਤਾਰ ਜੀ, ਜਿਹੜੀ ਇਹ ਕੇਂਦਰ ਦੇ ਉੱਪਰ ਗੱਲ ਸਿੱਟਦੇ ਹੈ, ਮੈਂ ਇੱਥੇ ਗੱਲ ਐਡ ਕਰਨੀ ਚਾਹੁੰਦਾ ਹੈ ਕਿ ਕੇਂਦਰ ਸਰਕਾਰ ਨੇ 162 ਕਰੋੜ ਰੁਪਈਆ ਪਰਾਲੀ ਦੀ ਸੰਭਾਲ ਵਾਸਤੇ ਦਿੱਤਾ। ਉਹਨਾਂ ਦੇ ਵਿੱਚ ਕੀ ਸੀ ਕਿ ਕਿਸਾਨ ਨੂੰ ਚੰਗੇ ਇਹੋ ਜਿਹੇ ਔਜ਼ਾਰ ਦਿੱਤੇ ਜਾਣ, ਇਹੋ ਜਿਹੀਆਂ ਮਸ਼ੀਨਾਂ ਦਿੱਤੀਆਂ ਜਾਣ ਸਬਸਿਡੀ ਦੇ ਉੱਪਰ। ਇਹਨਾਂ ਨੇ ਕੀ ਕੀਤਾ, ਫਾਰਮ ਭਰਵਾਲੇ ਆਨਲਾਈਨ, ਉਹ ਫਾਰਮ ਹਜੇ ਤੱਕ ਭਰੇ ਪਏ ਆ, ਪਰਾਲੀ ਆਉਣ ਵਾਲੀ ਹੋ ਗਈ, ਕਿਸੇ ਨੂੰ ਮਸ਼ੀਨ ਨਹੀਂ ਦਿੱਤੀ। ਉਹ ਕੇਂਦਰ ਵੱਲੋਂ ਆਇਆ ਪੈਸਾ ਇਹਨਾਂ ਨੇ ਬੇਅਰਥ ਕਰ ਦੇਣਾ। ਸੋ ਮੇਰਾ ਕਹਿਣਾ ਇਹ ਹੈ ਇਹ ਕਿਤੇ ਵੀ ਠੀਕ ਨਹੀਂ ਹੈ ਜੀ। ਆਪਾਂ ਜਵਾਬ ਲੈਣੇ ਆ। ਸਿੱਖਾਂ ਵਾਲਾ ਜੀ, ਕਿਵੇਂ ਲੱਗਦਾ ਜੋ ਪਰਾਲੀ ਦੇ ਮੁੱਦੇ ਦੀ ਗੱਲ ਕਰਦੇ ਆ, ਕੇਂਦਰ ਤੇ ਪੰਜਾਬ ਸਰਕਾਰ ਦੋਨੇ ਜ਼ਿੰਮੇਵਾਰ ਹੈ? ਸੰਖੇਪ ਦੇ ਵਿੱਚ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਅਸੀਂ ਇੱਕ ਤਾਂ ਬਿਜਲੀ ਵਾਲੇ ਪਲਾਂਟ ਲਵਾਏ ਸੀ ਪਰਾਲੀ ਨਾਲ ਚੱਲਣ ਵਾਲੇ। ਉਹ ਪਰਾਲੀ ਵੀ ਸੰਭਾਲਦੇ ਸੀ ਤੇ ਨਾਲ ਸਾਨੂੰ ਬਿਜਲੀ ਵੀ ਪੈਦਾ ਕਰਕੇ ਦਿੰਦੇ ਸੀ। ਇਹਦੇ ਨਾਲ ਅਸੀਂ ਇੱਕ ਪ੍ਰੋਜੈਕਟ ਹੋਰ ਸੀਗਾ ਜਿਹੜਾ ਕਿ ਬਾਇਓ ਪਲਾਂਟ ਸੀ, ਬਾਇਓ ਗੈਸ ਪਲਾਂਟ, ਜਿਹੜਾ ਕਿ ਪਰਾਲੀ ਤੋਂ ਗੈਸ ਬਣਨੀ ਸੀ ਔਰ ਉਹਦੇ ਸਿਲੰਡਰ ਭਰ ਕੇ ਉਹਦੀ ਸਪਲਾਈ ਹੋਣੀ ਸੀ। ਉਹ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਠੰਡੇ ਬਸਤੇ 'ਚ ਪਾਤਾ ਕਿਉਂਕਿ ਉਹ ਹਾਲੇ ਪ੍ਰੋਜੈਕਟ ਚੱਲ ਹੀ ਰਿਹਾ ਸੀ। ਔਰ ਜਿਹੜੇ ਪਾਵਰ ਪਲਾਂਟ ਸੀ ਉਹ ਹੋਰ ਜ਼ਿਆਦਾ ਲੱਗਣੇ ਚਾਹੀਦੇ ਸੀ। ਉਹਦੇ 'ਚ ਵੀ ਇਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਜੀ, ਇਹ ਪ੍ਰਾਈਵੇਟ ਸੈਕਟਰ ਆ ਜੀ, ਐ ਜਿਉਂ। ਮੈਂ ਇੱਕ ਤਾਂ ਇਹ ਇਹਨਾਂ ਨੇ ਹਰੇਕ ਗੱਲ ਤੇ ਕਰਨ ਲੱਗ ਪੈਂਦੇ ਆ ਜੀ, ਫਲਾਨਾ ਫਲਾਣੇ ਨਾਲ ਰਲ ਗਿਆ ਜੀ, ਫਲਾਨਾ ਫਲਾਣੇ ਨੂੰ ਖਾ ਗਿਆ। ਦੇਖੋ ਹੁਣ ਤੱਕ ਇਹਨਾਂ ਨੇ ਜਿਹੜੇ ਫੜੇ ਸੀ ਸਾਡੇ ਮੰਤਰੀ, ਉਹਨਾਂ ਤੋਂ ਕੋਈ ਰਿਕਵਰੀ ਦਿਖਾਈ ਨਹੀਂ। ਔਰ ਜਿਹੜੇ ਇਹਨਾਂ ਨੇ FIR ਦਰਜ ਕਰਾਈ ਸੀ ਉਹਦੇ 'ਚ ਕੋਈ ਸਬੂਤ ਨਹੀਂ ਪੇਸ਼ ਕੀਤਾ। ਔਰ ਉਹਦੇ ਨਾਲ ਜਿਹੜੀ ਹੁਣੇ ਸੋਢੀ ਸਾਹਿਬ ਗੱਲ ਕਰ ਰਹੇ ਸੀ, ਦੇਖੋ ਸਾਡੇ ਬੇਸ਼ੱਕ ਵਿਰੋਧੀ ਪਾਰਟੀ ਹੈ BJP ਵਾਲੀ, ਪਰ ਜਿਹੜਾ ਪਰਾਲੀ ਦੇ ਮੁੱਦੇ ਤੇ ਜਾਂ ਸਿੱਧੀ ਬਿਜਾਈ ਦੇ ਮੁੱਦੇ ਤੇ, ਜਿਹੜਾ ਸਿੱਧਾ ਝੋਨਾ ਬੀਜਣਾ ਸੀ ਉਹਦੇ ਮੁੱਦੇ ਤੇ ਜੇ ਲੋਕਾਂ ਨਾਲ ਪੈਸੇ ਦੇਣ ਦਾ ਵਾਅਦਾ ਕੀਤਾ ਸੀ ਤੇ ਉਹ ਆਮ ਆਦਮੀ ਪਾਰਟੀ ਨੇ ਕੀਤਾ ਸੀ। ਹੁਣ ਉਸ ਵਾਅਦੇ ਤੋਂ ਮੁੱਕਰਨ ਵਾਸਤੇ ਇਹਨਾਂ ਨੇ ਇਹ ਫੇਰ ਡਰਾਮੇਬਾਜ਼ੀ ਵੱਢਤੀ ਵੀ ਹੁਣ ਇਹਦੇ 'ਚ ਇੰਨੇ ਪੈਸੇ ਸੈਂਟਰ ਸਰਕਾਰ ਦੇਵੇ। ਹੁਣ ਜਦੋਂ ਸੈਂਟਰ ਸਰਕਾਰ ਨੇ ਵਾਅਦਾ ਨਹੀਂ ਕੀਤਾ, ਕੋਈ ਵਾਅਦਾ ਤਾਂ ਇਹਨਾਂ ਨੇ ਇਕੱਲਿਆਂ ਨੇ ਕੀਤਾ, ਫਿਰ ਹੁਣ ਦੇਣ, ਕਿਉਂਕਿ ਇਹ ਪਹਿਲਾਂ ਵਾਅਦੇ ਕਰਦੇ ਆ ਫਿਰ ਆਪਣੇ ਵਾਅਦੇ ਤੋਂ ਮੁੱਕਰਦੇ ਆ। ਇਵੇਂ ਜਿਵੇਂ ਹੁਣ ਜਿਹੜੇ ਇਹਨਾਂ ਨੇ ਇੱਕ ਕੀਤਾ ਸੀ MOU ਕੀਤਾ ਸੀ ਦਿੱਲੀ ਦੀ ਸਰਕਾਰ ਦੇ ਨਾਲ ਕਿ ਜਿਹੜਾ ਅਸੀਂ ਨੌਲੇਜ ਸ਼ੇਅਰਿੰਗ ਇੱਕ ਦੂਜੇ ਨਾਲ ਕਰਾਂਗੇ। ਉਹਦੇ ਸਬੰਧ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਕੁਝ IAS ਸੀਗੇ, ਜਿਹਦੇ 'ਚ ਵਰਨਰੂਜਮ ਸੀ, 2-3 ਹੋਰ ਆਫੀਸਰ ਸੀ, ਉਹਨਾਂ ਨੇ ਜਾ ਕੇ ਜਿਹੜੀ ਦਿੱਲੀ ਦੀ ਦਿੱਲੀ ਦੀ ਐਕਸਾਈਜ਼ ਪਾਲਿਸੀ ਹੈ ਔਰ ਪੰਜਾਬ ਦੀ ਐਕਸਾਈਜ਼ ਪਾਲਿਸੀ ਹੈ ਡਿਸਕਸ ਕੀਤੀ। ਔਰ ਪਿਛਲੇ ਦਿਨਾਂ ਦੇ ਵਿੱਚ ED ਨੇ ਉਹਨਾਂ ਜਿਹੜੇ ਸਾਡੇ IAS ਆਫੀਸਰ ਆ ਉਹਨਾਂ ਤੋਂ ਪੁੱਛਗਿੱਛ ਕੀਤੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਜਿਹੜੇ IAS ਆਫੀਸਰ ਆ ਉਹਨਾਂ ਨੇ ਜੇ ਗਲਤੀ ਕੀਤੀ ਤਾਂ ਆਪ ਭੁਗਤਣ। ਦੇਖੋ ਜੇ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗ ਪਈਆਂ ਤਾਂ ਸਾਡੇ ਆਫੀਸਰ ਕਿਵੇਂ ਜ਼ਿੰਮੇਵਾਰੀ ਨਾਲ ਕੰਮ ਕਰ ਸਕਣਗੇ? ਇੱਕ ਸਰਕਾਰ ਦੀ, ਬੇਸ਼ੱਕ ਅਸੀਂ ਵਿਰੋਧੀ ਧਿਰ 'ਚ ਬੈਠੇ ਆ, ਪਰ ਆਫੀਸਰਾਂ ਦੇ ਨਾਲ ਖੜਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਤੁਹਾਡਾ ਵਿਊ ਪੁਆਇੰਟ ਆ ਗਿਆ, ਮਿਹਰਬਾਨੀ ਸਿੱਖਾਂ ਵਾਲਾ ਜੀ। ਉਹੀ ਗੱਲ ਵਾਰ-ਵਾਰ ਫੇਰ ਕਹਿੰਦਾ ਕਿ ਜਿਵੇਂ ਗੈਰ ਜ਼ਿੰਮੇਵਾਰ ਲੋਕ ਹੈ, ਹਰੇਕ ਗੱਲ ਦੀ ਆਪਦੀ ਗਲਤੀ ਦੂਜਿਆਂ ਤੇ ਸਿੱਟਦੇ ਆ। ਸੋ ਇਹ ਨਟਾਕੀਬਾਜੀ ਤੇ ਡਰਾਮੇਬਾਜੀ ਤੋਂ ਬਿਨਾਂ ਇਹਨਾਂ ਦੇ ਕੋਲੇ ਹੋਰ ਕੁਝ ਨਹੀਂ ਆਮ ਆਦਮੀ ਪਾਰਟੀ ਵਾਲਾ। ਵਿਧਾਨ ਸਭਾ ਦਾ ਸੈਸ਼ਨ ਅਜੇ ਕੁਝ ਦਿਨ ਹੋਰ ਵੀ ਚੱਲੇਗਾ, ਦੇਖਦੇ ਹਾਂ ਕਿ ਸੰਜੀਦਗੀ ਨਾਲ ਉਹਨਾਂ ਮੁੱਦਿਆਂ ਤੇ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ। ਜਿਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਛੋਟੇ ਜਿਹੇ ਇੱਕ ਸਵਾਲ ਇਹ ਵੀ ਬਣਦਾ ਹੈ, ਸਾਰਿਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਦੇ ਸੈਸ਼ਨ ਦੀ ਆਪਾਂ ਜਿੱਦਾਂ ਗੱਲ ਕਰਦੇ ਹਾਂ ਕਿ ਬੜੀ ਮੁਸ਼ਕਲ ਨਾਲ ਉਸ ਦੇ ਨਾਲ ਲੱਖਾਂ ਰੁਪਇਆ ਖਰਚ ਹੁੰਦਾ ਹੈ, ਬੁਲਾਇਆ ਜਾਂਦਾ। ਛੋਟੀ ਸਾਹਿਬ, ਮੈਂ ਤੁਹਾਡੇ ਤੋਂ ਇਸ ਮੁੱਦੇ ਤੇ ਸਵਾਲ ਜ਼ਰੂਰ ਲੈਣਾ ਚਾਹਾਂਗਾ। ਉਹ ਤੋਂ ਪਹਿਲਾਂ ਧਾਰਨੀ ਸਾਹਿਬ ਕਿਸੇ ਟੈਕਨੀਕਲ ਵਜ੍ਹਾ ਕਰਕੇ ਸਾਡੀ ਉਹਨਾਂ ਦੀ ਆਵਾਜ਼ ਨਹੀਂ ਸੀ ਆ ਰਹੀ। ਧਾਰਨੀ ਸਾਹਿਬ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਲੈਣਾ ਚਾਹੁੰਦਾ। ਪੰਜਾਬ ਦੇ ਲੋਕ ਇਸ ਗੱਲ ਦੀ ਤਵੱਕੋਂ ਕਰਦੇ ਆ ਵਿਧਾਨ ਸਭਾ ਦਾ ਸੈਸ਼ਨ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ, ਉੱਥੇ ਰੌਲਾ ਰੱਪਾ ਪਾ ਕੇ ਜਿੰਦਾਬਾਦ ਮੁਰਦਾਬਾਦ ਕਰਕੇ ਨਾ ਤਾਂ ਵਿਰੋਧੀ ਧਿਰਾਂ ਨੂੰ ਬਾਹਰ ਆਉਣਾ ਚਾਹੀਦਾ ਹੈ ਤੇ ਨਾ ਹੀ ਜਿੱਦਾਂ ਤੁਸੀਂ ਕਹਿ ਰਹੇ ਹੋ ਹਾਕਮ ਧਿਰ ਨੂੰ ਨਟੰਕੀ ਕਰਨੀ ਚਾਹੀਦੀ ਹੈ। ਕੀ ਕਹੋਗੇ ਇਸ ਮੁੱਦੇ ਤੇ? ਸੈਸ਼ਨ ਜਿਹੜਾ ਕਿ ਬੜੀ ਮੁਸ਼ਕਲ ਨਾਲ ਸੱਦਿਆ ਜਾਂਦਾ ਹੈ, 117 ਵਿਧਾਇਕ, ਲੱਖਾਂ ਰੁਪਏ ਦਾ ਖਰਚਾ, ਪੂਰਾ ਪ੍ਰਸ਼ਾਸਨ ਸਾਰਾ ਉਹਦੇ ਆਲੇ ਦੁਆਲੇ ਘੁੰਮਦਾ, ਤੇ ਫਿਰ ਉੱਥੇ ਜੇ ਡਰਾਮੇਬਾਜ਼ੀ ਜੀ ਸੈਸ਼ਨ ਖਤਮ ਹੋਏਗਾ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੀ ਬਹੁਤ ਵੱਡੀ ਨਮੋਸ਼ੀ ਦੀ ਵਜ੍ਹਾ ਹੋਏਗੀ ਇਹ।
ਸਿੱਧੂ ਸਾਹਿਬ ਤੁਸੀਂ ਬਹੁਤ ਸਾਲ ਜਿਹੜਾ ਹੈਗਾ ਇਹਨੂੰ ਸੈਸ਼ਨ ਨੂੰ ਕਵਰ ਕਰਦੇ ਰਹੇ ਆ ਜੀ, ਬਹੁਤ ਹੀ ਸੀਨੀਅਰ ਰਿਪੋਰਟਰ ਰਹੇ ਹੈਗੇ ਆ, ਉਹਦੇ ਵਿੱਚ ਟ੍ਰਿਬਿਊਨ ਦੇ ਵਿੱਚ ਬਿਊਰੋ ਚੀਫ ਰਹੇ ਆ। ਮੈਂ ਮਿਹਰਬਾਨੀ। ਪੁੱਛਦਾ ਇਹ ਹੈਗਾ ਕਿ ਦੋ ਗੱਲਾਂ ਹੁੰਦੀਆਂ ਜੀ, ਇੱਕ ਵਿਧਾਨਕ ਫੈਸਲੇ ਹੁੰਦੇ ਆ, ਇੱਕ ਐਡਮਿਨਿਸਟ੍ਰੇਟਿਵ ਫੈਸਲੇ ਹੁੰਦੇ ਆ, ਔਰ ਜਿਹੜੀ ਚੀਜ਼ ਏਜੰਡੇ ਤੇ ਨਹੀਂ ਹੈਗੀ ਉਸ ਦੇ ਉੱਤੇ ਜਿਹੜਾ ਹੈਗਾ ਕਿਵੇਂ ਡਿਸਕਸ਼ਨ ਹੋਊਗੀ। ਜਾਂ ਤਾਂ ਏਜੰਡਾ ਆਵੇ, ਏਜੰਡੇ ਦੇ ਉੱਤੇ ਜਿਹੜਾ ਹੈਗਾ ਡਰਾਮਾ ਕਰਨ ਦੀ ਲੋੜ ਕਿਉਂ ਪਈ, ਕਦੋਂ ਪਈ, ਕਿਵੇਂ ਪਈ। ਸਵਾਲ ਤਾਂ ਇੰਨੇ ਹੀ ਕੁਐਸਚਨ ਹੈਗਾ। ਜੇ ਇੱਕ ਦਿਨ ਦਾ ਦੇਖੋ, ਅੱਜ ਜਿਹੜਾ ਜਿੱਥੇ ਤੱਕ ਗਵਰਨਰ ਸਾਹਿਬ ਨੇ ਜਿਹੜਾ ਕੁਐਸਚਨ ਕਰਿਆ ਸੀ, ਉਹਨਾਂ ਨੇ ਇੱਕੋ ਗੱਲ ਕਰੀ ਸੀ ਕਿ ਜਿਹੜਾ ਇਹ ਵਿਧਾਨ ਬੁਲਾਇਆ ਜਾ ਰਿਹਾ ਹੈਗਾ, ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾ ਰਿਹਾ, ਕਿ ਇਹ ਵਿਧਾਨਕ ਹੈ ਜਾਂ ਐਡਮਿਨਿਸਟ੍ਰੇਟਿਵ ਹੈਗਾ। ਬਿਲਕੁਲ ਤਾਨੀ ਸਾਹਿਬ, ਸਾਡੇ ਕੋਲ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਮੈਂ ਜ਼ਰੂਰ ਜਾਣਨਾ ਚਾਹਾਂਗਾ ਦਰਸ਼ਕਾਂ ਦੇ ਲਈ, ਜੋ ਜਿਸ ਮੁੱਦੇ ਤੁਸੀਂ ਗੱਲ ਕਰ ਰਹੇ ਹੋ ਤੁਹਾਡਾ ਵਿਊ ਪੁਆਇੰਟ ਆ ਗਿਆ। ਸੋਢੀ ਸਾਹਿਬ ਜਿਸ ਮਾਮਲੇ ਤੇ ਚਰਚਾ ਕਰ ਰਹੇ ਸੋਢੀ ਸਾਹਿਬ, ਸਮਾਂ ਨਹੀਂ ਹੈ ਪਰ ਮੈਂ ਜ਼ਰੂਰ ਜਵਾਬ ਚਾਹਾਂਗਾ ਇਸ ਨੂੰ। ਜੀ ਤਾਨੀ ਸਾਹਿਬ ਸੰਖੇਪ ਦੇ ਵਿੱਚ, ਤਾਨੀ ਸਾਹਿਬ ਸੰਖੇਪ ਦੇ ਵਿੱਚ। ਹਾਂਜੀ ਹਾਂਜੀ, ਸਮਾਂ ਪੰਜਾਬੀ ਜੀ ਨੂੰ ਕਹਿੰਦੇ ਸਮਾਂ ਹੱਥੋਂ ਨਿਕਲਦਾ ਜਾ ਰਿਹਾ। ਸੋਢੀ ਸਾਹਿਬ ਸੰਖੇਪ ਦੇ ਵਿੱਚ ਦੋ ਲਾਈਨਾਂ ਦਾ ਮੇਰਾ ਕਹਿਣਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਸੈਸ਼ਨ ਦਾ ਵਿਰੋਧ ਨਹੀਂ ਕਰਦੀ। ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਹੈ ਕਿ ਸੈਸ਼ਨ ਸੱਦ ਕੇ ਜੋ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਹੈ ਉਹ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਵੇ, ਉਹਨਾਂ ਨੂੰ ਸੋਲਵ ਕੀਤਾ ਜਾਵੇ ਔਰ ਲੋਕਾਂ ਨੂੰ ਜੋ ਸਹੂਲਤਾਂ ਉਹ ਦਿੱਤੀਆਂ ਜਾਣ। ਮਿਹਰਬਾਨੀ। ਤਾਨੀ ਸਾਹਿਬ ਜੇ ਆਵਾਜ਼ ਆ ਰਹੀ ਹੈ, ਤੁਸੀਂ 2-3 ਵਾਰ ਕੋਸ਼ਿਸ਼ ਕੀਤੀ ਹੈ, ਮੈਂ ਜ਼ਰੂਰ ਤੁਹਾਡਾ ਕਮੈਂਟ ਸੰਖੇਪ ਦੇ ਵਿੱਚ। ਮੇਰਾ ਕੁਐਸਚਨ ਇੰਨਾ ਹੀ ਹੈਗਾ ਜੀ ਕਿ ਗਵਰਨਰ ਸਾਹਿਬ ਨੇ ਬੜਾ ਵੈਲਿਡ ਕੁਐਸਚਨ ਸੀ, ਜੋ ਮੈਂ ਲਾ ਦੇ ਮੁਤਾਬਕ ਸਮਝਦਾ ਕਿ ਇਹਨਾਂ ਨੂੰ ਸੈਟੀਸਫਾਈ ਕਰਨਾ ਪਊਗਾ ਉਸ ਤੋਂ ਪਹਿਲਾਂ ਕਿ ਇਹਨਾਂ ਦਾ ਵਿਧਾਨਕ ਜਿਹੜਾ ਹੈਗਾ ਪੱਖ ਹੈ ਜਾਂ ਐਡਮਿਨਿਸਟ੍ਰੇਟਿਵ ਪੱਖ ਹੈਗਾ। ਜੇ ਇਹਨਾਂ ਨੇ ਏਜੰਡੇ ਤੋਂ ਪਾਰ ਤਾਂ ਗੱਲ ਹੋ ਹੀ ਨਹੀਂ ਸਕਦੀ। ਏਜੰਡਾ ਕੀ ਸੀ? ਏਜੰਡਾ ਦੋ ਚੀਜ਼ਾਂ ਦਾ ਸੀ, ਪਰ ਇਹਨਾਂ ਨੇ ਨਾਲ ਜਿਹੜਾ ਹੈਗਾ ਬੇਭਰੋਸਗੀ ਦੇ ਮਤੇ ਵਾਲਾ ਕਰਿਆ, ਉਹ ਕਿਸ ਵਿਧਾਨ ਦੇ ਵਿੱਚ ਆਉਂਦਾ? ਧੰਨਵਾਦ 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 ਤਾਨੀ ਸਾਹਿਬ। ਦੋ ਲਾਈਨਾਂ ਦਾ ਕਮੈਂਟ ਸਿੱਖਾਂ ਵਾਲਾ ਸਾਹਿਬ ਤੁਹਾਡੇ ਤੋਂ ਵੀ, ਕੀ ਸੈਸ਼ਨ ਜਿਹੜਾ ਸੰਜੀਦਗੀ ਨਾਲ ਚੱਲਣਾ ਚਾਹੀਦਾ ਜਾਂ ਡਰਾਮੇਬਾਜ਼ੀ ਨਾਲ ਹੀ ਖਤਮ ਹੁੰਦਾ ਜਾ ਰਿਹਾ? ਜੀ ਸਮਾਂ ਨਹੀਂ ਹੈ, ਪਲੀਜ਼ ਦੋ ਲਾਈਨਾਂ ਦਾ। ਸੰਜੀਦਗੀ ਦੇ ਨਾਲ ਚੱਲਣਾ ਚਾਹੀਦਾ ਸੀ ਔਰ ਇਹਨਾਂ ਨੇ ਸੰਜੀਦਗੀ ਦੇ ਨਾਲ ਚਲਾਇਆ ਨਹੀਂ ਜੀ। ਅਸੀਂ ਹੁਣ ਵੀ ਜੇ ਸੈਸ਼ਨ ਚਲਾਉਣਗੇ ਤਾਂ ਅਸੀਂ ਉਹਦੇ 'ਚ ਮੁੱਦੇ ਚੱਕਾਂਗੇ ਔਰ ਉਹਦੇ ਨਾਲ ਜਿਹੜੀ ਸਰਕਾਰ ਹੈ ਉਹਨੂੰ ਲੋਕਤੰਤਰ ਦੇ ਜਿਹੜੇ 3 ਥੰਮ ਹੈ, ਜਿਹੜੇ ਸਾਡੀ ਵਿਧਾਨਪਾਲਿਕਾ, ਕਾਰਜਪਾਲਿਕਾ ਤੇ ਨਿਆਂਪਾਲਿਕਾ, ਉਹਨਾਂ ਦਾ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਹੈ। ਔਰ ਆਪਣੇ ਜਿਹੜੇ ਇਸ ਤੋਂ ਬਾਅਦ ਐਮਐਲਏ ਤੇ ਜਿਹੜੇ ਬਾਕੀ ਮੰਤਰੀ ਆ ਉਹਨਾਂ ਨੂੰ ਵੀ ਇਹ ਦੱਸਣਾ ਚਾਹੀਦਾ ਹੈ ਕਿ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨ ਤੇ ਜਿਹੜੇ ਲੋਕਾਂ ਦੇ ਕੰਮ ਠੱਪ ਪਏ ਆ ਉਹ ਕੰਮ ਜਿਹੜੇ ਰੁਟੀਨ ਵਾਲੇ ਜ਼ਰੂਰ ਕਰਨ, ਜਿਵੇਂ ਰਜਿਸਟਰੀਆਂ ਬੰਦ ਕੀਤੀਆਂ ਪਈਆਂ, ਨਿਰਮਾਣ ਕਾਰਜ ਬੰਦ ਪਏ ਆ, ਲੋਕਾਂ ਦੇ ਕੰਮ ਚਲਾਉਣ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਗੱਲ ਮੁੱਦਿਆਂ ਦੀ ਹੈ, ਪਰ ਵਿੱਚੋਂ ਜਿੱਦਾਂ ਆਪਾਂ ਕਹਿੰਦੇ ਹਾਂ ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਭਰੋਸਗੀ ਦਾ ਮਤਾ ਸਾਹਮਣੇ ਆਇਆ। ਅਜੇ ਵੀ ਸੈਸ਼ਨ ਕੁਝ ਦਿਨ ਜਿਹੜਾ ਚੱਲੇਗਾ, ਉਮੀਦ ਕੀਤੀ ਜਾਂਦੀ ਹੈ ਚਾਹੇ ਵਿਰੋਧੀ ਧਿਰ ਚਾਹੇ ਹਾਕਮ ਧਿਰ ਹੈ, ਮੁੱਦਿਆਂ ਦੇ ਉੱਤੇ ਸੰਜੀਦਗੀ ਨਾਲ ਪੰਜਾਬ ਜਿੱਡੇ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਹ ਸੰਕਟ ਦੇ ਲਈ ਕੋਈ ਨਾ ਕੋਈ ਸਾਰਥਕ ਬਹਿਸ ਹੋਣੀ ਚਾਹੀਦੀ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਹੀ, ਅਤੇ ਇਹਦੇ ਨਾਲ ਤੁਹਾਡੇ ਕੋਲੋਂ ਵੀ ਆਪਾਂ ਲੈ ਰਹੇ ਹਾਂ ਇਜਾਜ਼ਤ। ਸਤਿ ਸ਼੍ਰੀ ਅਕਾਲ।